ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਪਿਛਲੇ 5 ਹਫ਼ਤਿਆਂ ਤੋਂ ਅਸੀਂ ਇਤਿਹਾਸਿਕ ਸਿੱਖ ਬੀਬੀਆਂ ਦਾ ਵਰਣਨ ਆਪ ਜੀ ਨਾਲ ਕਰ ਰਹੇ ਹਾਂ। ਸਿੱਖ ਇਤਿਹਾਸ ਵਿੱਚੋਂ ਜਿਨ੍ਹਾਂ ਨੇ ਕਾਰਨਾਮੇ ਕੀਤੇ ਹਨ, ਉਹਨਾਂ ਦੇ ਜੀਵਨ ਦੀਆਂ ਗਥਾਵਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਗੁਰੂ ਨਾਨਕ ਪਾਤਸ਼ਾਹ ਦੇ ਮੱਤ ਨੇ ਕਮਾਲ ਦੀ ਇਨਕਲਾਬ, ਕਮਾਲ ਦੀ ਕ੍ਰਾਂਤੀ ਲੈ ਕੇ ਆਂਦੀ। ਜਿਸ ਇਸਤਰੀ ਨੂੰ ਪਹਿਲਾਂ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਬਰਾਬਰ ਖੜਾ ਕਰਕੇ ਸਮਾਜ ਵਿੱਚ ਬਰਾਬਰਤਾ ਦਾ ਦਰਜਾ ਦੇ ਕੇ ਮਰਦ ਦੇ ਬਰਾਬਰ ਸੇਵਾ ਦਾ ਅਧਿਕਾਰ, ਯੁੱਧ ਖੇਤਰ ਵਿੱਚ ਲੜਨ ਦਾ ਅਧਿਕਾਰ, ਹਰ ਖੇਤਰ ਵਿੱਚ ਉਹਨੂੰ ਪ੍ਰਧਾਨਤਾ ਦਿੱਤੀ। ਔਰ ਗੁਰੂ ਦੀ ਕਿਰਪਾ ਐਸੀ ਬਖਸ਼ਿਸ਼ ਹੋਈ ਕਿ ਸਿੱਖ ਬੀਬੀਆਂ ਨੇ ਆਪਣੇ ਇਸ ਫਰਜ਼ ਨੂੰ ਪੂਰਾ ਕਰਦਿਆਂ ਹੋਇਆ ਮਹਾਨ ਕਾਰਨਾਮੇ ਵੀ ਕੀਤੇ। ਉਹਨਾਂ ਵਿੱਚੋਂ ਅਸੀਂ ਕੁਝ ਬੀਬੀਆਂ ਦੇ ਜੀਵਨ ਦੀ ਸਾਂਝ ਆਪ ਜੀ ਨਾਲ ਕਰ ਰਹੇ ਹਾਂ। ਪਿਛਲੇ ਲਗਾਤਾਰ 4 ਹਫ਼ਤਿਆਂ ਤੋਂ ਵੀਰ ਤੇਜਿੰਦਰ ਸਿੰਘ ਜੀ ਸਾਡੇ ਨਾਲ ਸਾਂਝ ਪਾ ਰਹੇ ਹਨ। ਅੱਜ ਇਤਿਹਾਸਿਕ ਸਿੱਖ ਬੀਬੀਆਂ ਦਾ ਇਤਿਹਾਸ ਸਾਡੇ ਨਾਲ ਅੱਗੋਂ ਸਾਂਝਾ ਕਰ ਰਹੇ ਹਨ। ਆਓ ਆਪਾਂ ਸਰਵਣ ਕਰੀਏ ਵੀਰ ਤੇਜਿੰਦਰ ਸਿੰਘ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ USA ਦੇ ਵਿੱਚ ਦੇਸ਼ ਪ੍ਰਦੇਸ਼ ਤੋਂ ਜੁੜ ਰਹੇ ਵੀਰ ਔਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਅੱਜ ਦਾ ਵਿਸ਼ਾ ਆਪ ਜੀ ਦੇ ਨਾਲ ਸਾਂਝਾ ਕਰਨ ਦੀ ਆਪ ਪਾਸੋਂ 2 ਹੱਥ ਜੋੜ ਕੇ ਅਸੀਸ ਮੰਗਦਾ ਹਾਂ। ਜਿਵੇਂ ਕਿ ਵੀਰ ਜੀ ਨੇ, ਰਣਜੀਤ ਸਿੰਘ ਜੀ ਨੇ ਆਪ ਜੀ ਨੂੰ ਬਰੀਫਲੀ ਦੱਸ ਦਿੱਤਾ ਹੈ ਕਿ ਅੱਜ ਅਸੀਂ ਜੋ ਵਿਚਾਰ ਕਰ ਰਹੇ ਹਾਂ ਉਹ ਸਿੱਖ ਇਤਿਹਾਸ ਦੇ ਵਿੱਚ ਜੋ ਬੀਬੀਆਂ ਦਾ ਰੋਲ ਰਿਹਾ ਹੈ, ਜੋ ਮਹਾਨ ਸਿੱਖ ਬੀਬੀਆਂ ਦੇ ਕੰਟਰੀਬਿਊਸ਼ਨ ਰਹੀ ਹੈ, ਉਸ ਨੂੰ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ। ਔਰ ਉਹਨਾਂ ਦੇ ਵਿੱਚੋਂ ਅੱਜ ਜਿਸ ਮਹਾਨ ਸਿੱਖ ਬੀਬੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹ ਹਨ ਮਾਤਾ ਕਿਸ਼ਨ ਕੌਰ ਜੀ ਕੌਂਕੇ। ਅਸੀਂ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਿੱਖ ਇਤਿਹਾਸ ਵਿੱਚ ਜਿੱਥੇ ਵੱਡੇ ਵੱਡੇ ਸਿੰਘ ਸੂਰਬੀਰਾਂ ਦਾ ਅਸੀਂ ਆਮ ਆਪਣੇ ਲੈਕਚਰਾਂ ਵਿੱਚ ਜ਼ਿਕਰ ਕਰ ਰਹੇ ਹਾਂ, ਗੁਰਦੁਆਰਿਆਂ ਵਿੱਚ ਵੀ ਉਹਨਾਂ ਦੇ ਜੋ ਸੰਘਰਸ਼ ਹਨ, ਜੋ ਪ੍ਰਾਪਤੀਆਂ ਹਨ, ਜੋ ਸ਼ਹੀਦੀਆਂ ਹਨ, ਉਹਨਾਂ ਦਾ ਜ਼ਿਕਰ ਕਰਦੇ ਹਾਂ। ਔਰ ਉਹਨਾਂ ਦੀ ਜਿਹੜੀਆਂ ਚਿੱਤਰ ਵੀ ਸਾਨੂੰ ਪਿਕਟੋਰੀਅਲ ਇਲਸਟ੍ਰੇਸ਼ਨ ਵੀ ਸਾਨੂੰ ਮਿਲ ਜਾਂਦੀਆਂ ਹਨ। ਪਰ ਉੱਥੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਜੋ ਸਿੱਖ ਬੀਬੀਆਂ ਨੇ, ਜਿਹੜੇ ਉਹਨਾਂ ਨੇ ਲਾਸਾਨੀ ਕੰਮ ਕੀਤੇ ਹਨ, ਉਹ ਵੀ ਕੋਈ ਸਿੰਘ ਸੂਰਬੀਰਾਂ ਨਾਲੋਂ ਘੱਟ ਨਹੀਂ ਹਨ। ਇਸ ਗੱਲ ਨੂੰ ਸਾਨੂੰ ਆਪਣੇ ਮਨ ਵਿੱਚ ਵਸਾਉਣਾ ਚਾਹੀਦਾ ਹੈ। ਔਰ ਜਦੋਂ ਵੀ ਅਸੀਂ ਸਿੱਖ ਇਤਿਹਾਸ ਦੇ ਵਿੱਚ ਗੱਲ ਕਰੀਏ ਤਾਂ ਉਹਨਾਂ ਕਾਰਨਾਮਿਆਂ ਨੂੰ ਵੀ ਆਪਣੇ ਮਨ ਵਿੱਚ ਰੱਖੀਏ ਤੇ ਦੇਖੀਏ ਕਿ ਜਿੱਥੇ ਸਿੱਖ ਭਰਾਵਾਂ ਨੇ ਮਹਾਨ ਕੰਮ ਕੀਤੇ ਹਨ, ਸੰਘਰਸ਼ ਕੀਤੇ ਹਨ, ਉਸ ਤੇ ਬੀਬੀਆਂ ਨੇ ਵੀ ਕੋਈ ਘੱਟ ਨਹੀਂ ਕੀਤਾ ਹੈ। ਤਾਂ ਉਹਨਾਂ ਦਸ਼ਮੇਸ਼ ਦੀਆਂ ਦੁਲਾਰੀਆਂ ਵਿੱਚੋਂ ਅਸੀਂ ਪਹਿਲਾਂ ਜਿਹੜਾ ਹੈ ਅੱਜ ਜ਼ਿਕਰ ਕਰ ਰਹੇ ਹਾਂ, ਇਹਨਾਂ ਨੇ ਮਾਤਾ ਕਿਸ਼ਨ ਕੌਰ ਜੀ ਜੋ ਕਿ ਜ਼ਿਲ੍ਹਾ ਲੁਧਿਆਣੇ ਨਾਲ ਸੰਬੰਧਿਤ ਸਨ,
ਉਹਨਾਂ ਨੇ ਜੋ ਅਕਾਲੀ ਲਹਿਰ ਦੇ ਸਮੇਂ ਜੋ ਮੋਰਚਿਆਂ ਦੇ ਦੌਰਾਨ ਆਪਣਾ ਯੋਗਦਾਨ ਪਾਇਆ ਹੈ, ਉਸ ਦਾ ਅਸੀਂ ਆਪ ਜੀ ਦੇ ਨਾਲ ਅੱਜ ਜ਼ਿਕਰ ਕਰਾਂਗੇ। तो थोड़े ਜਿਹੇ ਉਹਨਾਂ ਦੇ ਜਨਮ ਦੇ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕਰਾਂ ਕਿ ਮਾਤਾ ਕਿਸ਼ਨ ਕੌਰ ਜੀ ਦਾ ਜੋ ਜਨਮ ਸੀ ਉਹ ਪਿੰਡ ਲੋਹਗੜ੍ਹ ਜ਼ਿਲ੍ਹਾ ਲੁਧਿਆਣਾ ਵਿਖੇ ਸਨ 1856 ਵਿੱਚ ਹੋਇਆ ਸੀ। ਤੇ ਇਹ ਉਹ ਸਮਾਂ ਸੀ ਕਿ ਜਦੋਂ 1839 ਨੂੰ ਜੋ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ 10 ਕੁ ਸਾਲਾਂ ਦੇ ਵਿੱਚ 1849 ਵਿੱਚ ਹੀ ਸਿੱਖ ਰਾਜ ਜਿਹੜਾ ਹੈ ਉਹ ਆਪਣੇ ਅੰਤਲੇ ਸਾਹ ਲੈ ਚੁੱਕਾ ਸੀ। तो उस समय ਦੇ ਅੰਦਰ 1856 ਦੇ ਵਿੱਚ ਆਪ ਜੀ ਦਾ ਜਨਮ ਸਰਦਾਰ ਸੂਬਾ ਸਿੰਘ ਜੀ ਤੇ ਮਾਤਾ ਸੋਭਾ ਕੌਰ ਜੀ ਦੇ ਘਰ ਹੋਇਆ। ਪਹਿਲਾਂ ਤਾਂ ਆਪ ਜੀ ਦੇ ਪਿਤਾ ਜੀ ਕੁਝ ਚਿਰ ਲੋਹਗੜ੍ਹ ਦੇ ਰਹੇ ਤੇ ਫਿਰ ਆਪਣੇ ਕਾਰੋਬਾਰ ਦੇ ਚੱਕਰ ਦੇ ਵਿੱਚ ਆਪ ਜੀ ਫਿਰੋਜ਼ਪੁਰ ਦੇ ਪਿੰਡ ਚੌਧਰ ਵਿਖੇ ਜਿਹੜੇ ਹਨ ਉਹ ਚਲੇ ਗਏ। ਬਚਪਨ ਆਪ ਜੀ ਦਾ ਉਸੇ ਜਗ੍ਹਾ ਦੇ ਉੱਪਰ ਵਿਚਰਿਆ, ਪਿੰਡ ਚੌਧਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ। ਤੇ ਆਪਣੇ ਗੁਰਦੁਆਰਿਆਂ ਦੇ ਗੁਰਮੁਖੀ ਸਕੂਲ ਵਿੱਚ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਮੁੱਢਲੀ ਤਾਲੀਮ ਹਾਸਲ ਕੀਤੀ। ਆਪ ਜੀ ਛੋਟੀ ਉਮਰੇ ਹੀ ਅੰਮ੍ਰਿਤ ਵੇਲੇ ਉੱਠਣ ਦੇ ਸ਼ੌਕੀਨ ਸਨ। ਨਾਮ ਜਪਦੇ ਸਨ, ਇਸ਼ਨਾਨ ਕਰਕੇ ਨਿਤਨੇਮ ਤੋਂ ਫਾਰਗ ਹੋਣ ਤੇ ਫਿਰ ਗੁਰਦੁਆਰਾ ਸਾਹਿਬ ਜਾਣਾ ਤੇ ਧਾਰਮਿਕ ਸਿੱਖਿਆ ਪ੍ਰਾਪਤ ਕਰਨੀ ਇਹ ਆਪ ਜੀ ਦਾ ਰੂਟੀਨ ਬਣ ਚੁੱਕਾ ਸੀ। ਆਪ ਜੀ ਜਦੋਂ ਵਿਆਹਯੋਗ ਆਪ ਜੀ ਦੀ ਉਮਰ ਹੋਈ ਤਾਂ ਸਨ 1874 ਦੇ ਵਿੱਚ ਆਪ ਜੀ ਦੇ ਮਾਤਾ ਪਿਤਾ ਨੇ ਯੋਗ ਵਾਰ ਵੇਖ ਕੇ ਆਪ ਜੀ ਦਾ ਆਨੰਦ ਕਾਰਜ ਜੋ ਸਰਦਾਰ ਹਰਨਾਮ ਸਿੰਘ ਜੀ ਪਿੰਡ ਕੌਂਕੇ ਕਲਾ ਜੋ ਲੁਧਿਆਣੇ ਨਾਲ ਕਰ ਦਿੱਤਾ। ਸਰਦਾਰ ਹਰਨਾਮ ਸਿੰਘ ਜੀ ਪਹਿਲਾਂ ਪਿੰਡ ਰਹੇ ਤੇ ਫਿਰ ਸੱਖਰ ਸਿੰਧ ਪਹੁੰਚ ਕੇ ਅੰਗਰੇਜ਼ੀ ਰਸਾਲੇ ਵਿੱਚ ਜਮਾਦਾਰ ਨਿਯੁਕਤ ਹੋ ਗਏ। ਉਹਨਾਂ ਦੇ ਦੋ ਭਾਈ ਹੋਰ ਸਨ, ਬੁੱਧੂ ਰਾਮ ਤੇ ਧੰਨਾ ਸਿੰਘ। ਵੱਡਾ ਭਾਈ ਬੁੱਧੂ ਰਾਮ ਜਿਹੜਾ ਹੈ ਉਹ ਬਹੁਤ ਘਟੀਆ ਸੁਭਾਅ ਦਾ ਸੀ, ਪਰ ਸਰਦਾਰ ਹਰਨਾਮ ਸਿੰਘ ਤੇ ਧੰਨਾ ਸਿੰਘ ਜੀ ਪੱਕੇ ਅੰਮ੍ਰਿਤਧਾਰੀ ਸਿੱਖ ਸਨ। ਭਾਈ ਧੰਨਾ ਸਿੰਘ ਵੀ ਸਰਦਾਰ ਹਰਨਾਮ ਸਿੰਘ ਦੇ ਨਾਲ ਕੁਝ ਦਿਨ ਉੱਥੇ ਰਹੇ ਤੇ ਮਗਰੋਂ ਉਹ ਦਿੱਲੀ ਦੇ ਵਿੱਚ ਚਲੇ ਗਏ। ਤੋ ਇਸ ਲਈ ਜੋ ਨਵੇਂ ਵਿਆਹੇ ਮਾਤਾ ਕਿਸ਼ਨ ਕੌਰ ਜੀ ਸਨ, ਉਹਨਾਂ ਨੇ ਹਲੀਮੀ ਭਰੇ ਨੇਕ ਸੁਭਾਅ ਦੇ ਜਿਹੜੇ ਹਨ ਆਪਣਾ ਜੀਵਨ ਬਿਤਾਇਆ, ਪਰ ਪਰਿਵਾਰ ਦੇ ਵਿੱਚ ਆਪਣੇ ਆਪ ਨੂੰ ਪੂਰਾ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ। ਆਪ ਜੀ ਦੇ ਦੋ ਬੇਟੇ ਹੋਏ ਔਰ ਕੁਝ ਚਿਰ ਉਹ ਜਿੰਦਾ ਰਹੇ, ਲੇਕਿਨ ਫਿਰ ਛੇਤੀ ਹੀ ਉਹਨਾਂ ਦੋਨਾਂ ਦੀ ਹੀ ਜਿਹੜੀ ਹੈ ਉਹ ਅਕਾਲ ਚਲਾਣਾ ਹੋ ਗਿਆ। ਫਿਰ ਉਸ ਤੋਂ ਬਾਅਦ ਕੋਈ ਵੀ ਸੰਤਾਨ ਜਿਹੜੀ ਹੈ ਉਹ ਆਪ ਜੀ ਦੇ ਘਰ ਨਹੀਂ ਹੋਈ। तो सरदार हरनाम सिंह ने अपने घर कोई संतान ना होने करके आप जी जो बर्मा विच गए तो उस समय अपने भरा दा लड़का जिहड़ा सी उन्होंने माता किशन कौर जी की झोली विच पा दिता ते उन्होंने कहा भी यही हुण तुहाडा बच्चा है ते इहनूं ही तुसीं पालना है। तो इस तरह बड़ा ही प्यार और दुलार आप जी ने अपने भतीजे नूं दिता। पर एक बड़ी अजीब जी गल उन्हां नाल घटना वापरी कि जिहड़ा उन्हां दा जेठ सीगा बुद्धू राम, जिहड़ा कि कोई गुरमत दा धारनी नहीं सी इन्ना, ਉਹ जी माता जी नूं जरूर तंग करदा सी और ਜ਼ਮੀਨ ਦੇ ਵਿੱਚੋਂ ਉਹਨਾਂ ਨੂੰ ਜਿਹੜੀ ਅਵਾਹੀ ਕਰਨ नहीं सी ਦਿੰਦਾ। लेकिन माता जी ने अपनी दलेरी दे नाल आप जा करके वो पैली वाही ते अपना हिस्सा उन्होंने लिया। तो 1920 ਤੋਂ 1902 ਤੋਂ 1920 ਤੱਕ ਦਾ ਸਮਾਂ ਮਾਤਾ ਕਿਸ਼ਨ ਕੌਰ ਜੀ ਦਾ ਜੀਵਨ ਜਿਹੜਾ ਹੈ ਉਹ ਬੜਾ ਤਿਆਗ ਦੇ ਵਿੱਚ ਔਰ ਸੇਵਾ ਭਾਵ ਦੇ ਵਿੱਚ ਬੀਤਿਆ। ਔਰ 1903 ਦੇ ਵਿੱਚ ਆਪ ਜੀ ਹਜੂਰ ਸਾਹਿਬ ਦੀ ਯਾਤਰਾ ਵਿੱਚ ਗਏ ਤੇ ਉੱਥੇ ਜਾ ਕੇ ਆਪ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ।
ਤੇ ਉੱਥੇ ਉਹਨਾਂ ਦੇ ਜੀਵਨ ਦੇ ਅੰਦਰ ਐਸੀ ਤਬਦੀਲੀ ਆਈ ਕਿ ਆਪ ਜੀ ਨੇ ਅੰਮ੍ਰਿਤ ਛਕ ਕੇ ਨੀਲੀ ਜਿਹੜੀ ਦਸਤਾਰ ਸਜਾਉਣੀ ਔਰ ਪੂਰੇ ਤਰ੍ਹਾਂ ਸ਼ਸਤਰ ਬਦਰ ਹੋ ਕਰਕੇ ਨਿਹੰਗਾ ਵਾਲਾ ਜੀਵਨ ਗੁਜ਼ਾਰਨ ਆਪ ਲੱਗ ਪਏ। ਔਰ ਇਸੇ ਸਮੇਂ ਗੁਰਦੁਆਰਾ ਗੁਰੂਸਰ ਕੌਂਕੇ ਪਾਤਸ਼ਾਹੀ 6ਵੀਂ ਦੀ ਉਸਾਰੀ ਦੀ ਸੇਵਾ ਵੀ ਆਪ ਜੀ ਦੇ ਜ਼ਿੰਮੇ ਲੱਗੀ। ਇਸ ਕੰਮ ਵਿੱਚ ਸਰਦਾਰ ਰਣਧੀਰ ਸਿੰਘ ਜੀ ਕੌਂਕੇ ਦਾ ਜਥਾ ਆਪ ਨੂੰ ਪੂਰਾ ਸਹਿਯੋਗ ਦਿੰਦਾ ਰਿਹਾ ਤੇ ਆਪ ਇਸ ਗੁਰਸਥਾਨ ਦੀ ਬਹੁਤੀ ਸੇਵਾ ਆਪਣੇ ਹੱਥੀਂ ਕਰਦੇ ਰਹੇ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਅਕਾਲ ਤਖਤ ਦੇ ਜਿਸ ਵੇਲੇ ਪੁਜਾਰੀਆਂ ਦਾ ਕਬਜ਼ਾ ਸੀ ਤਾਂ ਉਸ ਦੇ ਵਿੱਚ ਮਾਤਾ ਜੀ ਨੇ ਕਿਹੜਾ ਆਪਣਾ ਯੋਗਦਾਨ ਪਾਇਆ। ਤਾਂ ਗੁਰਦੁਆਰਾ ਗੁਰੂਸਰ ਪਾਤਸ਼ਾਹੀ 6ਵੀਂ ਦੀ ਸੇਵਾ ਤੋਂ ਇਲਾਵਾ ਮਾਤਾ ਕਿਸ਼ਨ ਕੌਰ ਜੀ ਕਈ ਵੇਰ ਪਿੰਡ ਕੌਂਕੇ ਤੋਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਆਦਿ ਥਾਈਂ ਪਹੁੰਚ ਕੇ ਆਪਣੇ ਜਥੇ ਸਮੇਤ ਕਾਫੀ ਹੱਦ ਤੱਕ ਸਰਬ ਸਾਂਝੇ ਪੰਥਕ ਕੰਮਾਂ ਵਿੱਚ ਵੀ ਹਿੱਸਾ ਲੈਂਦੇ ਰਹੇ ਸਨ। ਇਸ ਲਈ ਉਹਨਾਂ ਨੇ ਸੰਨ 1930 ਤੋਂ 1920 ਤੱਕ ਬਾਬਾ ਲਖਬੀਰ ਸਿੰਘ ਹੋਰਾਂ ਦੀ ਖਾਲਸਾ ਬਰਾਦਰੀ ਨਾਮੀ ਜਾਤ ਪਾਤ ਤੋੜ ਸੰਸਥਾ ਵਿੱਚ ਕਈ ਵੇਰ ਬੜੀ ਦਿਲਚਸਪੀ ਨਾਲ ਜਿਹੜਾ ਹੈ ਹਿੱਸਾ ਲਿਆ। ਇਸ ਕਾਰਨ ਹੀ 14 ਅਕਤੂਬਰ ਸੰਨ 1920 ਨੂੰ ਜਦ ਖਾਲਸਾ ਬਰਾਦਰੀ ਨੇ ਜਲਿਆਂਵਾਲੇ ਬਾਗ ਤੋਂ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਪੁਜਾਰੀਆਂ ਹੱਥੋਂ ਪ੍ਰਬੰਧ ਖੋਇਆ ਤੇ ਸ੍ਰੀ ਅਕਾਲ ਤਖਤ ਤੇ ਕਬਜ਼ਾ ਕੀਤਾ ਤਾਂ ਮਾਤਾ ਕਿਸ਼ਨ ਕੌਰ ਜੀ ਵੀ ਉਸ ਸਮੇਂ ਇੱਕ ਪਹਿਲੇ ਦਲੇਰ ਵਿਅਕਤੀ ਸਨ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਤਾਂ ਤੋਂ ਆਜ਼ਾਦ ਕਰਾਉਣ ਵਿੱਚ ਭਰਪੂਰ ਹਿੱਸਾ ਪਾਇਆ ਤੇ ਉਹਨਾਂ ਦੀ ਇਸ ਸੇਵਾ ਨੂੰ ਅਗਾਂਹਵਧੂ ਤਬਕੇ ਦੇ ਸਾਰੇ ਹੀ ਸਿੰਘਾਂ ਨੇ ਕਬੂਲਿਆ ਤੇ ਸਤਿਕਾਰਿਆ। ਮਾਤਾ ਜੀ ਦੇ ਜਿਹੜੇ ਭਤੀਜੇ ਸਨ ਭਾਈ ਖਜਾਨ ਸਿੰਘ, ਉਹ ਵੀ ਮਾਤਾ ਜੀ ਦੇ ਨਾਲ ਹੀ ਇਸ ਕਾਰਜ ਦੇ ਵਿੱਚ ਉਹਨਾਂ ਨਾਲ ਸਹਿਯੋਗ ਕਰਦੇ ਰਹੇ। ਹੁਣ ਆਪ ਜੀ ਨੂੰ ਗੱਲ ਦੱਸਣਾ ਕਿ ਮਾਤਾ ਜੀ ਕਿੰਨੇ ਦਲੇਰ ਸਨ ਕਿ ਮੋਰਚਿਆਂ ਦੇ ਦੌਰਾਨ ਅੱਗੇ ਵੱਧ ਚੜ ਕੇ ਆਪ ਜੀ ਹਿੱਸਾ ਲੈਂਦੇ ਰਹੇ। ਤੋਂ ਜਦੋਂ ਗੁਰਦੁਆਰਾ ਸੁਧਾਰ ਲਹਿਰ ਅਕਾਲੀ ਲਹਿਰ ਦੇ ਸਤੰਬਰ ਸੰਨ 1922 ਵਿੱਚ ਜਦ ਅੰਮ੍ਰਿਤਸਰ ਦੇ ਨੇੜੇ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਤਾਂ ਗੁਰੂ ਕੇ ਲੰਗਰਾਂ ਨੂੰ ਲੱਕੜਾਂ ਲਿਜਾ ਰਹੇ ਨਿਰਦੋਸ਼ ਸਿੰਘਾਂ ਉੱਤੇ ਮਿਸਟਰ BT ਵੱਲੋਂ ਤਸ਼ੱਦਦ ਸ਼ੁਰੂ ਹੋਇਆ ਤੇ ਸੈਂਕੜੇ ਸਿੱਖ ਪੁਲਿਸ ਹੱਥੋਂ ਡਾਂਗਾ ਲੱਗਣ ਤੇ ਧਰਤੀ ਉੱਤੇ ਲਿਟਾਏ ਜਾਣ ਲੱਗੇ ਤਾਂ ਮਾਤਾ ਕਿਸ਼ਨ ਕੌਰ ਜੀ ਨੇ ਆਪਣੇ ਜਥੇ ਸਮੇਤ ਉੱਥੇ ਜਾ ਕੇ ਉਹਨਾਂ ਜ਼ਖਮੀਆਂ ਨੂੰ ਮਲਮ ਪੱਟੀ ਕੀਤੀ। ਸਿੰਘ ਉਸ ਸਮੇਂ ਚੂੰਕਿ ਗੁਰੂ ਪੰਥ ਦੇ ਹੁਕਮ ਨਾਲ ਸ਼ਾਂਤਮਈ ਰਹਿ ਕੇ ਪੁਲਿਸ ਹੱਥੋਂ ਡਾਂਗਾ ਸਹਾਰਦੇ ਸਨ ਤੇ ਹਕੂਮਤ ਜ਼ੁਲਮ ਕਰਨ ਤੇ ਪੂਰੀ ਤਰ੍ਹਾਂ ਤੁਲੀ ਹੋਈ ਸੀ। ਇਸ ਲਈ ਇੱਕ ਦਿਨ ਜਦੋਂ ਮਿਸਟਰ BT ਜਦੋਂ ਉਹ ਸਿੰਘਾਂ ਉੱਤੇ ਸਖਤ ਲਾਠੀਚਾਰਜ ਕਰਕੇ ਆਇਆ ਤਾਂ ਅਚਾਨਕ ਮਾਤਾ ਕਿਸ਼ਨ ਕੌਰ ਜੀ ਨੂੰ ਹੱਸ ਕੇ ਮਖੌਲ ਕਰਨ ਲੱਗਾ ਕਿ ਭੈਣ ਜੀ ਸਤਿ ਸ੍ਰੀ ਅਕਾਲ, ਦੇਖੋ ਅਸੀਂ ਸਿੰਘਾਂ ਦੀ ਕਿਹੀ ਭੁਗਤ ਸਵਾਰੀ ਹੈ ਜਿਸ ਨੂੰ ਇਹ ਹਮੇਸ਼ਾ ਯਾਦ ਰੱਖਣਗੇ। BT ਦੇ ਤਾਨੇ ਭਰੇ ਲਫ਼ਜ਼ ਸੁਣਦਿਆਂ ਹੀ ਮਾਤਾ ਜੀ ਨੇ ਉਸਦੇ ਮੂੰਹ ਤੇ ਅਜਿਹੀ ਕੱਸ ਕੇ ਚਪੇੜ ਮਾਰੀ ਕਿ ਉਹ ਮੂੰਹ ਦੇ ਮੂੰਹ ਧਰਤੀ ਉੱਤੇ ਜਾ ਡਿੱਗਾ ਤੇ ਮੁੜ ਨਾ ਕੁਸਕਿਆ। ਫਿਰ ਮਾਤਾ ਜੀ ਨੇ ਬੜੀ ਦਲੇਰੀ ਨਾਲ ਕਿਹਾ, ਦੇਖ ਫਿਰੰਗੀਆ, ਜੇ ਮੇਰੇ ਸਿੱਖ ਭਰਾਵਾਂ ਨੇ ਸ਼ਾਂਤਮਈ ਵਰਤੀ ਹੈ ਤਾਂ ਅਸੀਂ ਤਾਂ ਉਹ ਸ਼ਾਂਤਮਈ ਦੇ ਕਾਇਲ ਨਹੀਂ। ਇਸ ਤਰ੍ਹਾਂ ਮਿਸਟਰ BT ਮਾਤਾ ਜੀ ਤੋਂ ਚਪੇੜ ਖਾਂਦਾ ਹੀ ਉੱਠਣ ਸਾਰ ਆਪਣਾ ਮੂੰਹ ਲੈ ਕੇ ਆਪਣੇ ਕੈਂਪ ਵਿੱਚ ਜਾ ਵੜਿਆ। ਉਹ ਸੰਗਤ ਜੀ, ਇੱਥੋਂ ਪਤਾ ਲੱਗਦਾ ਹੈ ਕਿ ਮਾਤਾ ਜੀ ਦਾ ਕਿੰਨਾ ਜਿਹੜਾ ਹੈ ਉਹ ਕਰੈਕਟਰ ਉੱਚਾ ਸੀ ਔਰ ਕਿੰਨੇ ਦਲੇਰ ਸਨ ਉਹ ਅਕਾਲੀ ਲਹਿਰ ਦੇ ਵਿੱਚ ਆਪਣੀ ਸੇਵਾ ਨਿਭਾਉਣ ਦੇ ਵਿੱਚ। ਕਿ BT ਵਰਗੇ ਜ਼ਾਲਮ ਜਿਹੜਾ ਉਹ ਪੁਲਿਸ ਅਫਸਰ ਸੀ, ਉਸ ਦੇ ਮੂੰਹ ਤੇ ਕੋਈ ਚਪੇੜ ਮਾਰਨ ਤੋਂ ਆਪ ਜੀ ਨੇ ਗਰੇਜ ਨਹੀਂ ਕੀਤਾ। ਫਿਰ ਇਸ ਤੋਂ ਅਗਲੇ ਸਾਲ ਸੰਨ 1923 ਵਿੱਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੇ ਗੱਦੀਓਂ ਲੈਣ ਤੇ ਨਾਭਾ ਐਜੀਟੇਸ਼ਨ ਬੜੀ ਗਰਮਜੋਸ਼ੀ ਨਾਲ ਚੱਲੀ
ਤਾਂ ਇਸ ਵਿੱਚ ਮਾਤਾ ਕਿਸ਼ਨ ਕੌਰ ਜੀ ਨੇ ਆਪਣੇ ਜਥੇ ਸਮੇਤ ਤਹਿਸੀਲ ਲੁਧਿਆਣਾ ਤੇ ਜਗਰਾਉਂ ਦੇ ਪਿੰਡਾਂ ਵਿੱਚ ਥਾਂ ਥਾਈਂ ਚੱਕਰ ਲਗਾ ਕੇ ਸਿੰਘਾਂ ਦੀ ਇਸ ਜਹਿਦ ਨਾਲ ਪੂਰੀ ਤਰ੍ਹਾਂ ਹਮਦਰਦੀ ਕੀਤੀ ਤੇ ਲੋਕਾਂ ਨੂੰ ਇਕੱਠਾ ਕੀਤਾ ਔਰ ਇਹ ਕਿਹਾ ਕਿ ਮਨ ਵਚਨ ਕਰਮ ਤੋਂ ਇਸ ਐਜੀਟੇਸ਼ਨ ਵਿੱਚ ਸਾਰੇ ਮਿਲ ਚੱਲ ਕਰਕੇ ਗੁਰੂ ਪੰਥ ਦਾ ਸਾਥ ਦੇਈਏ। ਨਾਭਾ ਐਜੀਟੇਸ਼ਨ ਪਹਿਲਾਂ ਤਾਂ ਮਹਾਰਾਜਾ ਰਿਪੁਦਮਨ ਸਿੰਘ ਦੇ ਨਾਭਿਓਂ ਕੱਢ ਕੇ ਦੇਹਰਾਦੂਨ ਜਲਾਵਤਨ ਕੀਤੇ ਜਾਣ ਦੇ ਰੋਸ ਤੱਕ ਹੀ ਸੀਮਤ ਰਹੀ, ਪਰ ਫਿਰ ਛੇਤੀ ਹੀ ਜੈਤੋ ਨਾਭਾ ਦੇ ਇਤਿਹਾਸਕ ਗੁਰਦੁਆਰਾ ਗੰਗਸਰ ਵਿਖੇ ਹਕੂਮਤ ਵੱਲੋਂ ਅਖੰਡ ਪਾਠ ਖੰਡਿਤ ਕੀਤੇ ਜਾਣ ਤੇ ਕੌਮੀ ਅਣਖ ਕਾਰਨ ਹੋਰ ਵੀ ਤੇਜ਼ ਹੋ ਗਈ। ਸਿੱਖ ਮਿਸ਼ਨਰੀ ਕਾਲਜ ਦੀ ਜੋ ਕਲਾਸਾਂ ਗੁਰਮਤਿ ਕਲਾਸ ਚੱਲ ਰਹੀਆਂ ਹਨ, ਇਹਨਾਂ ਵਿੱਚ ਜੋ ਡਿਟੇਲ ਐਨਾਲਿਸਿਸ ਹੈ ਇਹਨਾਂ ਦਾ ਔਰ ਵਿਚਾਰ ਹਨ ਗੰਗਸਰ ਜੈਤੋ ਮੋਰਚੇ ਦੇ, ਇਹ ਆਪ ਜੀ ਦੇ ਨਾਲ ਸਾਂਝੇ ਕੀਤੇ ਜਾ ਚੁੱਕੇ ਹਨ। ਹਕੂਮਤ ਦੀ ਇਹ ਧਾਰਮਿਕ ਪਾਬੰਦੀ ਦੂਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਤੋਂ 500 ਦਾ ਜਥਾ ਫਰਵਰੀ ਸਨ 1924 ਨੂੰ ਭੇਜਿਆ ਗਿਆ। ਮਾਤਾ ਕਿਸ਼ਨ ਕੌਰ ਜੀ ਸ਼ਹੀਦੀ ਬਾਣਾ ਪਹਿਨ ਕੇ ਜਥੇ ਵੀ ਸ਼ਾਮਲ ਹੋਏ, ਪਰ ਫਿਰ ਬਰਗਾੜੀ ਪਹੁੰਚ ਕੇ ਉਹਨਾਂ ਨੇ ਨਾਭਾ ਪੁਲਿਸ ਦੇ ਭੇਤ ਲੈਣ ਲਈ ਜੈਨ ਸਾਧਨੀ ਦਾ ਭੇਸ ਬਦਲਿਆ ਤੇ ਜੈਤੋ ਪੁਲਿਸ ਦੇ ਕੈਂਪ ਦੇ ਨੇੜੇ ਜਾ ਪੁੱਜੀ। ਇਸ ਤੋਂ ਬਾਅਦ ਆਪ ਜੀ ਨੇ ਅਗਲੇ ਦਿਨ 21 ਫਰਵਰੀ ਨੂੰ ਜੈਤੋ ਪੁੱਜਣ ਤੋਂ ਦੇ ਜਦ ਇਸ ਜਥੇ ਉੱਤੇ ਨਾਭਾ ਪੁਲਿਸ ਵੱਲੋਂ ਗੋਲੀ ਚੱਲੀ ਤੇ ਅਨੇਕਾਂ ਸਿੰਘ ਜਿਹੜੇ ਹਨ ਉਹ ਮਾਰੇ ਗਏ ਤੇ ਫੱਟੜ ਹੋ ਗਏ, ਤਾਂ ਮਾਤਾ ਕਿਸ਼ਨ ਕੌਰ ਨੇ ਬੜੇ ਗੁੱਝੇ ਢੰਗ ਨਾਲ ਇਧਰ ਉਧਰ ਫਿਰ ਕੇ ਜੈਤੋ ਦੇ ਅਤਿਆਚਾਰ ਦੇ ਸਾਰੇ ਭੇਤ ਅੰਮ੍ਰਿਤਸਰ, ਲਾਹੌਰ ਆਦਿ ਕਈ ਥਾਵਾਂ ਤੇ ਭੇਜੇ, ਜਿਸ ਕਰਕੇ ਸਰਕਾਰ ਅੰਗਰੇਜ਼ੀ ਤੇ ਨਾਭਾ ਪੁਲਿਸ ਦੀਆਂ ਕਈ ਗੁਪਤ ਕਾਰਵਾਈਆਂ ਜੋ ਉਹਨਾਂ ਨੇ ਅਸਲੀਅਤ ਉੱਤੇ ਪਰਦਾ ਪਾਉਣ ਲਈ ਕੀਤੀਆਂ ਸਨ, ਆਪਣੇ ਆਪ ਉਜਾਗਰ ਹੋ ਗਈਆਂ। ਮੈਂ 2 ਮਿੰਟ ਵਾਸਤੇ ਖਿਮਾ ਮੰਗਾਂਗਾ, ਜਿਹੜਾ ਰਿਕਾਰਡਿੰਗ ਸਟਾਪ ਕਰ ਦੇਣਾ। फिर जी रिकॉर्डिंग स्टॉप करना। जैतो किले ਦੇ ਸਿੱਖ ਕੈਦੀਆਂ ਤੋਂ ਬਾਹਰੋਂ ਅੰਦਰ ਤੇ ਅੰਦਰੋਂ ਬਾਹਰ ਗਏ ਕਿਸੇ ਭੇਦ ਦੇ ਕਾਰਨ ਤੇ ਪੁਲਿਸ ਨੂੰ ਜਦ ਸ਼ੱਕ ਪਿਆ ਤਾਂ ਮਾਤਾ ਕਿਸ਼ਨ ਕੌਰ ਜੀ ਨੂੰ ਝਟਪਟ ਗ੍ਰਿਫਤਾਰ ਕਰ ਲਿਆ ਗਿਆ ਤੇ ਆਪ ਜੀ ਨੂੰ ਨਾਭੇ ਭੇਜ ਦਿੱਤਾ ਗਿਆ, ਜਿੱਥੇ ਉਹਨਾਂ ਦੇ ਉੱਤੇ ਸਰਕਾਰ ਦੇ ਵਿਰੁੱਧ ਬੜੀ ਭਾਰੀ ਸਾਜ਼ਿਸ਼ ਕਰਨ ਦਾ ਮੁਕੱਦਮਾ ਚਲਾਇਆ ਗਿਆ। ਇਸ ਸਬੰਧ ਵਿੱਚ ਸਰਕਾਰ ਨੇ ਝੂਠੇ ਗਵਾਹ ਸੱਚੇ ਤੇ ਅੱਖੀਂ ਡਿੱਠੇ ਗਵਾਹ ਕਹਿ ਕੇ ਭੁਗਤਾ ਦਿੱਤੇ। ਸਰਕਾਰ ਚੂੰਕਿ ਇਸ ਕੇਸ ਦੀ ਮੁਦਈ ਸੀ ਤੇ ਮਾਤਾ ਜੀ ਨੂੰ ਕੋਈ ਇਸ ਦੇ ਜਿਹੜਾ ਅੱਗੇ ਆਪਣਾ ਪੱਖ ਪੇਸ਼ ਕਰਨ ਦੀ ਕੋਈ ਅਧਿਕਾਰ ਨਹੀਂ ਸੀ, ਜਿਸ ਕਾਰਨ ਇੱਕ ਤਰਫਾ ਫੈਸਲਾ ਹੋਇਆ ਤੇ ਮਾਤਾ ਜੀ ਨੂੰ ਰਾਜ ਧਰੋਹ ਦੇ ਦੋਸ਼ ਵਿੱਚ 4 ਸਾਲ ਦੀ ਸਖਤ ਕੈਦ ਹੋਈ। ਅਗਸਤ 1926 ਵਿੱਚ ਗੁਰਦੁਆਰਾ ਐਕਟ ਉੱਪਰ ਅਮਲ ਹੋਣ ਸਾਰ ਨਾਭਾ ਅੰਦੋਲਨ ਤੇ ਹੋਰ ਤਾਂ ਸਾਰੇ ਹੀ ਕੈਦੀ ਛੱਡੇ ਗਏ, ਪਰ ਆਪ ਨੂੰ ਹੋਰ ਰਾਜ ਧਰੋਹੀਆਂ ਵਾਂਗ ਇਹ ਛੋਟ ਨਾ ਮਿਲੀ, ਜਿਸ ਕਰਕੇ ਆਪ ਸਨ 1928 ਵਿੱਚ ਪੂਰੀ ਕੈਦ ਕੱਟ ਕੇ ਹੀ ਰਿਹਾ ਹੋਏ। ਮਾਤਾ ਜੀ ਦੀ ਇਸ ਜਿਹੜੀ ਹੈ ਕਾਲਨਾ ਔਰ ਉਹਨਾਂ ਦੇ ਜੋ ਮੋਰਚੇ ਦੇ ਵਿੱਚ ਉਹਨਾਂ ਨੇ ਹਿੱਸਾ ਪਾਇਆ। ਅਗਸਤ 1926 ਵਿੱਚ ਗੁਰਦੁਆਰਾ ਐਕਟ ਪਰ ਅਮਲ ਹੋਣ ਦੇ ਜਦ ਹੋਰ ਸਭ ਅਕਾਲੀ ਕੈਦੀ ਛੱਡੇ ਗਏ, ਇਹ ਮੈਂ ਉੱਪਰ ਕਿਹਾ ਹੈ, ਪਰ ਮਾਤਾ ਜੀ ਨੂੰ 1928 ਵਿੱਚ ਹੀ ਛੱਡਿਆ ਗਿਆ। ਪਰ ਜਦ ਆਪ ਰਿਹਾ ਹੋਣ ਤੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਪੁੱਜੇ ਤਾਂ ਇੱਥੋਂ ਗੁਰੂ ਪੰਥ ਵੱਲੋਂ ਆਪ ਜੀ ਨੂੰ ਇੱਕ ਬੜਾ ਸ਼ਾਨਦਾਰ ਆਪ ਜੀ ਦਾ ਸਵਾਗਤ ਕੀਤਾ ਗਿਆ ਤੇ ਸਿਰੋਪਾਤ ਦਿੱਤਾ ਗਿਆ ਕਿ ਮਾਤਾ ਦਾ ਖਿਤਾਬ ਦੇ ਕੇ 15 ਰੁਪਏ ਮਹੀਨਾ ਪੈਨਸ਼ਨ ਦੇ ਕੇ ਆਪ ਜੀ ਨੂੰ ਸਨਮਾਨਿਆ ਗਿਆ। ਫਿਰ ਆਪ ਇੱਥੋਂ ਹੀ ਇੱਕ ਜਲੂਸ ਦੀ ਸ਼ਕਲ ਵਿੱਚ ਆਪਣੇ ਪਿੰਡ ਕੌਂਕੇ ਗਏ। ਜ਼ਿਲ੍ਹਾ ਲੁਧਿਆਣਾ ਵਿੱਚ ਪੁੱਜੇ, ਜਿੱਥੇ ਇਲਾਕੇ ਦੀ ਸਮੁੱਚੀ ਸਿੱਖ ਸੰਗਤ ਨੇ
ਆਪ ਦਾ ਨਿੱਘਾ ਸਵਾਗਤ ਕੀਤਾ। ਆਪ ਇਸ ਸਮੇਂ ਤੋਂ ਕੌਂਕੇ ਕਲਾਂ ਤੇ ਇਸ ਦੇ ਇਰਦ ਗਿਰਦ ਦੇ ਇਲਾਕੇ ਵਿੱਚ ਮਾਤਾ ਦੀ ਪਦਵੀ ਨਾਲ ਮਸ਼ਹੂਰ ਹੋ ਗਏ। ਸਭ ਲੋਕੀ ਆਪ ਜੀ ਨੂੰ ਮਾਤਾ ਜੀ ਕਹਿ ਕੇ ਸਨਮਾਨਣ ਲੱਗ ਪਏ। ਇਲਾਕੇ ਦੀ ਸੰਗਤ ਵੱਲੋਂ ਵੀ ਆਪ ਜੀ ਨੂੰ ਬਹੁਤ ਸਨਮਾਨਿਆ ਗਿਆ ਔਰ ਇੱਕ ਸਨਮਾਨ ਪੱਤਰ ਵੀ ਆਪ ਜੀ ਨੂੰ ਜਿਹੜਾ ਹੈ ਉਹ ਦਿੱਤਾ ਗਿਆ। तो इस समय के दौरान मैंबर स्टाफ रोजाना असली कौमी दर्द अमृतसर ਅਤੇ सिख संगत जगराओं ਵੱਲੋਂ सन 1928 ਵਿੱਚ जुलाई के पहले हफ्ते ਵੱਖ-ਵੱਖ मान सम्मान पत्रों की शक्ल ਵਿੱਚ भरपूर श्रद्धांजलि पेश की गई। उन्होंने मान पत्रों ਵਿੱਚੋਂ माता किशन कौर जी की उच्ची सुची शख्सियत बारे जो लफज उस कविता विच दसे गए मैं आप जी के सामने रखना चाहांगा, जिहदे के मुढ़ले लफज सन माइया जग दे विच अनेक भावें है पर तुद दे नहीं कोई तुल माई, डांगा पैंदियां वरदियां गोलियां तो गई गंगसर दे विच जुल माई, नाभे जेल अंदर जिथे दिन राती झक्खड़ जुलम दे रहे सी झुल माई, काला कालियां झलियां मुश्किलां तै इस बिरद शरीर ते कुल माई, धन धन कहंदे माई किशन कौरां जदों खुलदे ने साडे बुल माई, देश मालवा की पंथ खालसा ही नहीं सकदा है कदे भुल माई, बहुती गल की तेरी कुर्बानियां दी कोई सकदा पा नहीं मुल माई, बहुती गल की तेरी कुर्बानियां दी कोई सकदा पा नहीं मुल माई। गुरुद्वारा गुरुसर की सेवा ते निशान साहब दे बारे भी आप जी नाल विचार साझे करदा हां। नाभा जेल तो रिहा होण ते माता किशन कौर जी जब पिंड कौंके वापस आ के पक्के तौर ते रहन लग पे तो उन्होंने पिंड तो 2 कुल मील लैंदे वा 6वें पातशाह श्री गुरु हरगोबिंद पातशाह जी के इतिहासक स्थान की मुड़ सेवा करनी शुरू की। इत्थे आपने पहला गुरुद्वारा साहब की उसारी करवाई ते फिर उस स्थान ते अपने पति सरदार हरनाम सिंह ते देवर सरदार धन्ना सिंह दफेदार की यादगार वजों अपने खर्च ते एक निशान साहब की सेवा भी करवाई, जिसते जो उस वेले 1939 ਦੇ ਵਿੱਚ ਇਹ सेवा ਜਿਹੜੀ है हुई है। तो अजकल ये गुरुद्वारा इतिहासक स्थान वांग ही श्रोमणी गुरुद्वारा प्रबंधक कमेटी अमृतसर के अधीन है, जिस करके इसकी बकायदा सेवा संभाल हो रही है। आप जी की भक्ति भाव के बारे माता किशन कौर का नित का कर्म सी कि रोज अमृत वेले आप जागते सन, नितनेम का पाठ करके गुरु दरबार विच अरदासा सोधन तो उपरंत गुरुवाक लै करके अपना मन गुरबाणी दे विच जोड़ना, इस यथाशक्त साध संगत की सेवा करनी, रोज गुरु दरबारे विच झाड़ू देना, इर्द गिर्द के पिंडां विच पैदल चक्कर लगा के सिख परिवारां दे बच्चे बच्चियां नूं गुरमत दा प्रचार करके नाम बाली वाल प्रेरणा, मनमती कर्मां दा प्रहार करना, समाजिक रीतां रस्मां दा सुधार करना ते परस्पर प्रेम भाव नूं अपनाउणा आदि शुभ गुण उन्हां दे जीवन ते रोजाना अंग सन, जिस करके उन्हां दा आत्मक बल इत्थों तक वधिया कि वो कई वेर जिहड़े भी अपने वचन करदे उस संगतां दे दिलां तक लै जांदे। इस तरह आपने गुरमुखताई दा सुच संयम भरे जीवन दे 96 साल गुजारे। 10 अगस्त सन 1952 ईस्वी नूं माता किशन कौर जी अकाल चलाना कर गए। गुरुद्वारा गुरुसर कौंके कलां दे स्थान ते आप जी ने अपने आयु शरीरक पूरी की, जिथे सरोवर दे पौने के नज़दीक उन्होंने दे भतीजे जहेदार खजान सिंह निहंग ने बड़ी भारी संगत की मौजूदगी विच माता जी की मृतक देह का पूरी तरह गुरमत नाल संस्कार किया। इत्थे मैं गल आप जी नाल बड़ी साझी करना चाहना और जिहड़ी बड़ी जरूरी है
ਕਿ ਆਪਣੇ ਦੇਹਾਂਤ ਤੋਂ ਤਕਰੀਬਨ 1.5 ਮਹੀਨਾ ਪਹਿਲਾਂ ਹੀ ਮਾਤਾ ਜੀ ਨੇ ਆਪਣੇ ਭਤੀਜੇ ਖਜਾਨ ਸਿੰਘ ਨੂੰ ਹੁਕਮ ਦਿੱਤਾ ਕਿ ਜੇਕਰ ਮੇਰਾ ਦੇਹਾਂਤ ਹੁੰਦਾ ਹੈ ਤੇ ਮੇਰੇ ਫੁੱਲ ਨਾ ਚੁਗੇ ਜਾਣ, ਜਿਵੇਂ ਕਿ ਅਨਮਤੀਆਂ ਵਿੱਚ ਹੁੰਦਾ ਹੈ, ਤੇ ਨਾ ਹੀ ਸਮਾਧ ਬਣਾਈ ਜਾਵੇ, ਜੋ ਕਿ ਗੁਰਮਤਿ ਦੇ ਵਿਰੁੱਧ ਹੈ। ਐਵੇਂ ਲੋਕ ਦਿਖਾਵੇ ਦੀਆਂ ਗੱਲਾਂ ਹਨ। ਤੋ ਇਹਨੇ ਗੁਰਮਤਿ ਦੀ ਸੋਝੀ ਔਰ ਦ੍ਰਿੜਤਾ ਮਾਤਾ ਕਿਸ਼ਨ ਕੌਰ ਜੀ ਵਿੱਚ ਸੀ। ਸਿਰਫ ਨਾਮ ਬਾਣੀ ਦਾ ਕੀਰਤਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੀ ਕਰਾਇਆ ਜਾਏ, ਜਿਵੇਂ ਕਿ ਅਸੀਂ 2 ਦਿਨ ਪਹਿਲਾਂ ਵੀ ਸਾਧ ਬਾਣੀ ਦੀ ਵਿਚਾਰ ਕਰਦੇ ਆਏ ਹਾਂ। ਇਸ ਗੱਲ ਨੂੰ ਇਸੇ ਕਲਾਸ ਵਿੱਚ ਦੁਹਰਾਇਆ ਸੀ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਵੇਂ ਸਾਨੂੰ ਇਹ ਗੱਲ ਕਹੀ ਹੈ ਕਿ ਪਿੰਡ ਪੱਥਲ ਦੀਵਾ ਫੁੱਲ ਹਰ ਸਰ ਪਾਵੇ, ਮਤ ਮੈਂ ਪਿੱਛੇ ਕੋਈ ਰੂਪ ਸੀ ਸੋ ਮੈਂ ਭੂਲ ਨਾ ਪਾਇਆ। ਤੋ ਉਹਨਾਂ ਉਪਦੇਸ਼ਾਂ ਨੂੰ ਮਾਤਾ ਕਿਸ਼ਨ ਕੌਰ ਜੀ ਨੇ ਵੀ ਆਪਣੇ ਦ੍ਰਿੜਤਾ ਨਾਲ ਅਪਣਾਇਆ ਤੇ ਆਪਣੇ ਪਰਿਵਾਰ ਨੂੰ ਇਹ ਹੁਕਮ ਦਿੱਤਾ ਕਿ ਕੋਈ ਵੀ ਉਹਨਾਂ ਦੇ ਫੁੱਲ ਨਾ ਚੁੱਕੇ ਤੇ ਨਾ ਹੀ ਉਹਨੇ ਜਗ੍ਹਾ ਤੇ ਕੋਈ ਇਸ ਤਰੀਕੇ ਦੀ ਸਮਾਧ ਬਣਾਵੇ। ਸਿਰਫ ਨਾਮ ਬਾਣੀ ਦਾ ਕੀਰਤਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੀ ਕਰਾਇਆ ਜਾਏ। ਉਹਨਾਂ ਦੇ ਇਸ ਹੁਕਮ ਦੀ ਪਾਲਣਾ ਜਹੇਦਾਰ ਭਾਈ ਖਜਾਨ ਸਿੰਘ ਜੀ ਨੇ ਮਨ ਵਚਨ ਤੇ ਕਰਮ ਕਰਕੇ ਕੀਤੀ। ਤੋ ਮਾਤਾ ਕਿਸ਼ਨ ਕੌਰ ਜੀ ਨੂੰ ਗੁਜ਼ਰਿਆ ਅੱਜ ਭਾਵੇਂ ਕਈ ਸਾਲ ਹੋ ਗਏ ਹਨ, ਪਰ ਉਸ ਇਲਾਕੇ ਦੇ ਲੋਕ ਹੁਣ ਵੀ ਉਹਨਾਂ ਦਾ ਬੜਾ ਸ਼ਰਧਾ ਦੇ ਨਾਲ ਮਾਤਾ ਜੀ ਕਹਿ ਕੇ ਉਹਨਾਂ ਨੂੰ ਯਾਦ ਕਰਦੇ ਹਨ। ਤੋ ਮਾਤਾ ਕਿਸ਼ਨ ਕੌਰ ਜੀ ਦਾ ਜੀਵਨ ਸਾਡੇ ਵਾਸਤੇ ਬੜਾ ਹੀ ਪ੍ਰੇਰਨਾਦਾਇਕ ਹੈ ਕਿ ਕਿਵੇਂ ਉਹ ਦ੍ਰਿੜਤਾ ਦੇ ਨਾਲ ਉਹਨਾਂ ਨੇ ਆਪਣਾ ਜੀਵਨ ਜੀਵਿਆ, ਆਪਣੇ ਪੰਥਕ ਕਾਰਜਾਂ ਦੇ ਵਿੱਚ ਹਿੱਸਾ ਲਿਆ, ਮੋਰਚਿਆਂ ਦੇ ਵਿੱਚ ਆਪਣੀ ਸੇਵਾ ਸੰਭਾਲੀ, ਗੁਰਦੁਆਰਿਆਂ ਦੀ ਉਸਾਰੀ ਦੇ ਵਿੱਚ ਆਪਣਾ ਕੰਮ ਕੀਤਾ ਤੇ ਜਿਹੜੇ ਅਕਾਲ ਤਖਤ ਸਾਹਿਬ ਦੇ ਵਿੱਚ ਜਿਹੜੇ ਪੁਜਾਰੀ ਉਸ ਵੇਲੇ ਕਾਬਜ ਹੋਏ ਪਏ ਸਨ, ਉਹਨਾਂ ਤੋਂ ਵੀ ਜਿਹੜਾ ਕਬਜ਼ਾ ਲੈਣ ਦੇ ਵਿੱਚ ਮਾਤਾ ਕਿਸ਼ਨ ਕੌਰ ਜੀ ਨੇ ਆਪਣਾ ਹਿੱਸਾ ਲਿਆ ਤੇ ਨਾਭੇ ਦੇ ਮੋਰਚੇ ਅੰਦਰ ਵੀ ਆਪ ਜੀ ਵੱਧ ਚੜ ਕੇ ਜਿਹੜੇ ਆਪ ਜੀ ਨੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਵੀ ਹਿੱਸਾ ਲਿਆ। ਉਹ ਫਿਰ ਇੰਨੀ ਐਡਵਾਂਸ ਉਮਰ ਦੇ ਹੋਣ ਦੇ ਬਾਵਜੂਦ ਵੀ ਆਪ ਜੀ ਨੇ ਗੁਰੂ ਘਰ ਦੀ ਜਿਹੜੀ ਸੇਵਾ ਹੈ ਉੱਥੇ ਝਾੜੂ ਦੀ ਸੇਵਾ ਕਰਨਾ, ਆਪਣਾ ਨਿਤਨੇਮ ਦਾ ਜੀਵਨ ਰੱਖਣਾ ਔਰ ਫਿਰ ਖੜਕੇ ਦੜਕੇ ਵਾਲਾ ਜੀਵਨ ਰੱਖਣਾ ਔਰ ਆਪਣੇ ਨਾਮ ਬਾਣੀ ਦੇ ਨਾਲ ਜੁੜੇ ਰਹਿਣਾ, ਇਹ ਉਹਨਾਂ ਦੇ ਜੀਵਨ ਦੀਆਂ ਖਾਸ ਚੀਜ਼ਾਂ ਹਨ। ਤੋ ਅੱਜ ਅਸੀਂ ਉਹਦੇ ਉੱਤੇ ਵਿਚਾਰ ਕੀਤੀ ਹੈ। ਤੋ ਮੈਂ ਸਮਝਦਾ ਕਿ ਮਾਤਾ ਜੀ ਦਾ ਜੀਵਨ ਬੜਾ ਹੀ ਉੱਚੇ ਸੁੱਚੇ ਜੀਵਨ ਵਾਲਾ ਸੀ। ਤੇ ਆਓ ਹੁਣ ਆਪਾਂ ਇੱਕ ਹੋਰ ਮਹਾਨ ਬੀਬੀ ਦਾ ਜੀਵਨ ਵੀ ਆਪ ਜੀ ਦੇ ਨਾਲ ਸਾਂਝਾ ਕਰੀਏ। ਇਹ ਬੀਬੀ ਵੀ ਜਿਸ ਦਾ ਇਤਿਹਾਸ ਦੇ ਵਿੱਚ ਬੜਾ ਸੁਨਹਿਰੇ ਅੱਖਰਾਂ ਦੇ ਵਿੱਚ ਨਾਂ ਲਿਖਿਆ ਹੋਇਆ ਹੈ ਤੇ ਉਹ ਹੈ ਬੀਬੀ ਬਲਬੀਰ ਕੌਰ ਜੀ। ਗੁਰਦੁਆਰਿਆਂ ਨੂੰ ਭ੍ਰਿਸ਼ਟ ਤੇ ਆਚਾਰਹੀਣ ਮਹੰਤਾਂ ਪੁਜਾਰੀਆਂ ਦੇ ਕਬਜ਼ੇ ਤੋਂ ਆਜ਼ਾਦ ਕਰਨ ਲਈ ਜੋ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ 1920-25 ਚੱਲੀ, ਉਸਨੇ ਸਾਰੇ ਪੰਥ ਵਿੱਚ ਜੋਸ਼ ਪੈਦਾ ਕਰ ਦਿੱਤਾ ਸੀ। ਇਹ ਲਹਿਰ ਨਿਰੋਲ ਅਹਿੰਸਕ ਸੀ। ਅੰਗਰੇਜ਼ ਸਰਕਾਰ ਨੇ ਇਸ ਨੂੰ ਕੁਚਲਣ ਲਈ ਸ਼ਹਿਰ ਦੇ ਕਈ ਸਮਰਥਕਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਲਹਿਰ ਦੇ ਵਿੱਚ ਸਿੱਖ ਬੀਬੀਆਂ ਨੇ ਵੀ ਵੱਧ ਚੜ ਕੇ ਹਿੱਸਾ ਪਾਇਆ, ਜਿਵੇਂ ਅਸੀਂ ਹੁਣੇ ਬੀਬੀ ਕਿਸ਼ਨ ਕੌਰ ਜੀ ਦਾ ਜੀਵਨ ਅਸੀਂ ਸਾਂਝਾ ਕੀਤਾ ਹੈ। ਤੋ ਉਸੇ ਤਰ੍ਹਾਂ ਦੀ ਇੱਕ ਹੋਰ ਦਲੇਰ ਬੀਬੀ ਬਲਬੀਰ ਕੌਰ ਵੀ ਇੱਕ ਐਸੀ ਸਿੱਖ ਸੀ ਜਿਸ ਨੇ ਆਪਣੇ ਵੀਰਾਂ ਤੋਂ ਪਿੱਛੇ ਨਾ ਰਹਿ ਕੇ ਖੁਸ਼ੀ ਆਪਣੇ ਅਤੇ ਆਪਣੇ ਬੱਚੇ ਦੀ ਕੁਰਬਾਨੀ ਦੇ ਕੇ ਇਸ ਲਹਿਰ ਵਿੱਚ ਆਪਣਾ ਯੋਗਦਾਨ ਪਾਇਆ। ਇਹ ਉਦੋਂ ਦੀ ਗੱਲ ਹੈ ਜਦੋਂ ਰਿਆਸਤ ਨਾਭਾ ਦੇ ਮਹਾਰਾਜਾ ਰੇਪੋ ਦਿਮਨ ਸਿੰਘ ਇੱਕ ਅਗਾਂਹਵਧੂ ਆਜ਼ਾਦ ਖਿਆਲਾਂ ਵਾਲੇ ਤੇ ਗੁਰਦੁਆਰਾ ਸੁਧਾਰ ਲਹਿਰ ਦੇ ਸਮਰਥਕ ਸਨ। ਉਹਨਾਂ ਨੂੰ ਜਿਹੜਾ ਅੰਗਰੇਜ਼ ਸਰਕਾਰ ਉਹ ਸਮਝਦੇ ਹਨ ਵੀ ਇਹ ਜਿਹੜੇ ਹਨ ਇਹ ਬੜੇ ਹੀ ਧਾਰਮਿਕ ਖਿਆਲਾਂ ਦੇ ਔਰ ਸਿੱਖੀ ਦੇ ਪ੍ਰਪੱਕ ਹਨ। ਔਰ ਮੈਂ ਇੱਥੇ ਬੇਨਤੀ ਕਰਾਂ ਕਿ ਮਹਾਰਾਜਾ ਰਿਪੁਦਮਨ ਸਿੰਘ ਜੀ ਹੀ ਸਨ ਜਿਨ੍ਹਾਂ ਸਦਕਾ ਆਨੰਦ ਮੈਰਿਜ ਐਕਟ ਜਿਹੜਾ ਹੈ ਉਹ ਹੋਂਦ ਵਿੱਚ ਆਇਆ ਸੀ, ਲੇਕਿਨ ਅੰਗਰੇਜ਼ ਸਰਕਾਰ ਉਹਨਾਂ ਨੂੰ ਬੜੀ ਕਹਿਰੀ ਅੱਖ ਨਾਲ ਵੇਖਦੇ ਸਨ। ਨਾਭਾ ਰਿਆਸਤ ਦੇ ਸੰਬੰਧ ਪਟਿਆਲਾ ਰਿਆਸਤ ਨਾਲ ਕੋਈ ਸੁਖਾਵੇਂ ਨਹੀਂ ਸਨ, ਤੋ ਇਹ ਝਗੜਾ ਸਰਕਾਰ ਦੀ ਵਿਚੋਲਗੀ ਨਾਲ ਸੁਲਝ ਸਕਦਾ ਸੀ, ਪਰ ਉਸਨੇ ਮਹਾਰਾਜਾ ਨਾਭਾ ਨੂੰ ਇਸ ਝਗੜੇ ਨੂੰ ਬਹਾਨਾ ਬਣਾ ਕੇ 9 ਜੁਲਾਈ 1923 ਨੂੰ ਜਬਰਨ ਗੱਦੀਓਂ ਲਾ ਦਿੱਤਾ। ਤੋ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੇ ਗੱਦੀਓਂ ਲੈ ਜਾਣ ਤੇ
ਨਾਭਾ ਐਜੀਟੇਸ਼ਨ ਆਰੰਭ ਹੋ ਗਿਆ। ਪੰਥ ਪ੍ਰਸਤ ਹੋਣ ਕਰਕੇ ਸਿੱਖ ਸੰਗਤਾਂ ਦੀ ਮਹਾਰਾਜਾ ਸਾਹਿਬ ਨਾਲ ਬੜੀ ਹਮਦਰਦੀ ਸੀ। 9 ਸਤੰਬਰ ਨੂੰ ਨਾਭਾ ਰੋਜ਼ ਦਿਵਸ ਮਨਾਇਆ ਗਿਆ। ਸੰਗਤਾਂ ਨੇ ਲੰਮੇ ਲੰਮੇ ਜਲੂਸ ਕੱਢੇ। ਮਹਾਰਾਜੇ ਦੀ ਬਹਾਲੀ ਲਈ ਸੰਗਤਾਂ ਨੇ 14 ਸਤੰਬਰ ਨੂੰ ਜੈਤੋ ਦੇ ਗੁਰਦੁਆਰਾ ਗੰਗਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ। ਸਰਕਾਰ ਨੇ ਅਗਲੇ ਦਿਨ ਪੁਲਿਸ ਭੇਜ ਕੇ ਪਾਠ ਕਰ ਰਹੇ ਗ੍ਰੰਥੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਖੰਡ ਪਾਠ ਜਿਹੜਾ ਹੈ ਉਹਦੇ ਵਿੱਚ ਵਿਘਨ ਪੈ ਗਿਆ। ਕਈ ਹੋਰ ਜਿਹੜੇ ਸਿੰਘ ਸਨ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਸਿੱਖਾਂ ਲਈ ਅਖੰਡ ਪਾਠ ਦੇ ਵਿੱਚ ਵਿਘਨ ਪੈਣਾ ਅਤੇ ਸਿੱਖੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡੀ ਤੋਹੀਨ ਸੀ। ਸਮੂਹ ਸਿੱਖਾਂ ਅੰਦਰ ਜੋਸ਼ ਦੀ ਲਹਿਰ ਭੜਕ ਉੱਠੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਇਹ ਇੱਕ ਵੱਡਾ ਚੈਲੰਜ ਸੀ, ਪਰ ਜੋ ਪਹਿਲਾਂ ਹੀ ਗੁਰਦੁਆਰਾ ਨਨਕਾਣਾ ਸਾਹਿਬ ਤੇ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਮਹੰਤਾਂ ਤੋਂ ਆਜ਼ਾਦ ਕਰਵਾ ਚੁੱਕੀ ਸੀ, ਗੁਰੂ ਕੇ ਬਾਗ ਦਾ ਪ੍ਰਬੰਧ ਵੀ ਹਾਸਲ ਕਰ ਲਿਆ ਸੀ। ਸ੍ਰੀ ਅਕਾਲ ਤਖਤ ਸਾਹਿਬ ਤੋਂ ਜੈਤੋ ਲਈ ਸ੍ਰੀ ਅਖੰਡ ਪਾਠ ਆਰੰਭ ਕਰਨ ਲਈ ਰੋਜ਼ਾਨਾ 25 ਮੈਂਬਰਾਂ ਦਾ ਜਥਾ ਭੇਜਣਾ ਆਰੰਭ ਹੋਇਆ। ਹਰ ਮੈਂਬਰ ਨੂੰ ਇਹ ਪ੍ਰਣ ਲੈਣਾ ਪੈਂਦਾ ਸੀ ਕਿ ਕਿੰਨੀ ਵੀ ਪ੍ਰੋਵੋਕੇਸ਼ਨ ਕਿਉਂ ਨਾ ਹੋਵੇ, ਕਿੰਨਾ ਵੀ ਤਸ਼ੱਦਦ ਕਿਉਂ ਨਾ ਹੋਵੇ, ਪਰ ਉੱਤੇ ਅੱਧ ਦਰਜੇ ਦੀ ਹਲੀਮੀ ਨਾਲ ਬਿਨਾਂ ਹੱਥ ਉਠਾਏ ਹਰ ਸਖਤੀ ਨੂੰ ਮੁਸੀਬਤ ਨੂੰ ਸਹਿਣ ਕਰਨਾ ਪਏਗਾ ਸ਼ਾਂਤੀ ਦੇ ਨਾਲ। ਇਹਨਾਂ ਜਥਿਆਂ ਨੂੰ ਗੁਰਦੁਆਰੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਫੜ ਲਿਆ ਜਾਂਦਾ ਸੀ। ਇਸ ਨਾਲ ਕੋਈ ਸੰਤੋਸ਼ਜਨਕ ਹੱਲ ਨਾ ਨਿਕਲਦੇ ਦੇਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਲਿਆ ਕਿ 25 ਦੀ ਬਜਾਏ 5 100 ਦੇ ਜਥੇ ਗੁਰਦੁਆਰਾ ਜੈਤੋ ਭੇਜੇ ਜਾਣ ਅਤੇ 500 ਦਾ ਪਹਿਲਾ ਸ਼ਹੀਦੀ ਜਥਾ 9 ਫਰਵਰੀ 1924 ਨੂੰ ਅਕਾਲ ਤਖਤ ਸਾਹਿਬ ਤੋਂ ਇਹ ਅਰਦਾਸਾ ਸੋਧ ਕੇ ਨਿਕਲਿਆ ਕਿ ਇਹ ਗੁਰਦੁਆਰਾ ਗੰਗਸਰ ਵਿਖੇ 21 ਫਰਵਰੀ 1924 ਨੂੰ ਅਖੰਡ ਪਾਠ ਆਰੰਭ ਕਰਨਗੇ ਅਤੇ ਐਸਾ ਕਰਨ ਹਿਤ ਜੋ ਵੀ ਮੁਸੀਬਤਾਂ ਸਹਿਣੀਆਂ ਪੈਣ ਬਿਨਾਂ ਮੁਕਾਬਲਾ ਕੀਤੇ ਸਹਿਣ ਕੀਤੀਆਂ ਜਾਣਗੀਆਂ। ਵਲੰਟੀਅਰਾਂ ਦੀ ਗਿਣਤੀ ਹਜ਼ਾਰਾਂ ਤੱਕ ਪਹੁੰਚ ਗਈ ਤੇ ਉਹਨਾਂ ਨੂੰ ਆਪਣੀ ਵਾਰੀ ਦੀ ਉਡੀਕ ਕਰਨ ਲਈ ਬੇਨਤੀ ਕੀਤੀ ਗਈ। ਬੀਬੀਆਂ ਨੂੰ ਜਥੇ ਨਾਲ ਜਾਣ ਦੀ ਆਗਿਆ ਨਾ ਦਿੱਤੀ ਗਈ, ਪਰੰਤੂ ਉਹਨਾਂ ਨੇ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਲੈਣ ਦੀ ਬੀਬੀਆਂ ਨੇ ਜਿੱਦ ਕੀਤੀ। ਉਹ ਰਸਤੇ ਵਿੱਚ ਜਿੱਥੇ ਵੀ ਜਥੇ ਜਾਂਦੇ ਸਨ, ਲੰਗਰ ਤਿਆਰ ਕਰਨ ਦੇ ਵਿਚਾਰ ਨਾਲ ਜਥੇ ਨਾਲ ਜਾਣ ਵਿੱਚ ਕਾਮਯਾਬ ਹੋ ਗਈਆਂ। ਬੀਬੀਆਂ ਨੇ ਵੀ ਇੱਕ ਤਰੀਕਾ ਲੱਭ ਲਿਆ ਕਿ ਕਿਵੇਂ ਅਸੀਂ ਇਸ ਜੋ ਮੋਰਚਾ ਚੱਲ ਰਿਹਾ ਇਹਦੇ 'ਚ ਅਸੀਂ ਆਪਣਾ ਹਿੱਸਾ ਪਾ ਸਕਦੀਆਂ। ਤਾਂ ਉਹਨਾਂ ਨੇ ਲੰਗਰ ਦੇ ਵਿੱਚ ਲੰਗਰ ਤਿਆਰ ਕਰਨ ਵਿੱਚ ਸੇਵਾ ਵਾਸਤੇ ਆਪਣੇ ਆਪ ਨੂੰ ਉਸ ਜਥੇ ਦੇ ਨਾਲ ਰਲਾ ਲਿਆ। ਬੀਬੀ ਬਲਬੀਰ ਕੌਰ ਜੀ ਆਪਣੇ 2 ਸਾਲਾ ਬੱਚੇ ਸਮੇਤ ਬੀਬੀਆਂ ਦੀ ਅਗਵਾਈ ਕਰ ਰਹੇ ਸੀ ਇਸ ਕੰਮ ਲਈ। 500 ਦਾ ਪਹਿਲਾ ਜਥਾ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਅੰਮ੍ਰਿਤਸਰ ਸਾਹਿਬ ਤੋਂ ਰਵਾਨਾ ਹੋਇਆ। ਹਰ ਇੱਕ ਦੇ ਗਲੇ ਵਿੱਚ ਹਾਰ ਪਾਏ ਗਏ ਸਨ ਤੇ ਸਾਰੇ ਚੜ੍ਹਦੀ ਕਲਾ ਵਿੱਚ ਸਨ। ਉਹਨਾਂ ਦੀ ਕਾਮਯਾਬੀ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਨਾਲ ਸੀ। ਨਿਹੱਥੇ ਲੋਕਾਂ ਦਾ ਅਹਿੰਸਕ ਮਾਰਚ ਸਾਰਾ ਸੰਸਾਰ ਦੇਖ ਰਿਹਾ ਸੀ। 4-4 ਦੀਆਂ ਕਤਾਰਾਂ ਵਿੱਚ ਇਹ ਸੰਤ ਸਿਪਾਹੀ ਪੈਦਲ ਸ੍ਰੀ ਅੰਮ੍ਰਿਤਸਰ ਤੋਂ ਵਾਹਿਗੁਰੂ ਵਾਹਿਗੁਰੂ ਮੁਖੋਂ ਉਚਾਰਦੇ ਹੋਏ ਚੱਲ ਪਏ। ਜਿੱਥੇ ਪਹਿਲੇ ਪੜਾਅ ਲਈ ਜਥਾ ਰੁਕਿਆ, ਇਲਾਕੇ ਦੇ ਲੋਕਾਂ ਵੱਲੋਂ ਜਥੇ ਦੀ ਬੜੀ ਹੀ ਸੇਵਾ ਕੀਤੀ ਗਈ। ਪਹਿਲੇ ਪੜਾਅ ਤੋਂ ਬਾਅਦ ਇਹ ਸਾਫ਼ ਹੋ ਗਿਆ ਕਿ ਲੰਗਰ ਤਿਆਰ ਕਰਨ ਲਈ ਬੀਬੀਆਂ ਦੀ ਸੇਵਾ ਦੀ ਲੋੜ ਨਹੀਂ ਪਏਗੀ। ਜਥੇ ਦੇ ਲੀਡਰ ਨੇ ਉਹਨਾਂ ਨੂੰ ਵਾਪਸ ਜਾਣ ਲਈ ਕਿਹਾ। ਬਾਕੀ ਬੀਬੀਆਂ ਤਾਂ ਸਹਿਮਤ ਹੋ ਗਈਆਂ, ਪਰ ਬੀਬੀ ਬਲਬੀਰ ਕੌਰ ਜੀ ਨੇ ਆਪਣੇ ਬਹਾਦਰ ਵੀਰਾਂ ਨਾਲ ਹੀ ਜੋ ਜਾਣ ਦਾ ਜਿਹੜਾ ਹੈ ਆਪਣਾ ਇਰਾਦਾ ਪ੍ਰਗਟ ਕੀਤਾ ਤੇ ਉਹਨਾਂ ਕਿਹਾ ਕਿ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ। ਜਦ ਜਥੇਦਾਰ ਨੇ ਉਸ ਨੂੰ ਵਾਪਸ ਜਾਣ ਲਈ ਕਿਹਾ ਤਾਂ ਉਸਨੇ ਆਪਣੀਆਂ ਅੱਖਾਂ ਵਿੱਚ ਹੰਝੂ ਲਿਆਂਦੇ ਹੋਏ ਕਿਹਾ, ਵੀਰ ਜੀ, ਮੈਨੂੰ ਇਸ ਯੁੱਧ ਵਿੱਚ ਹਿੱਸਾ ਲੈਣ ਤੋਂ ਨਾ ਰੋਕੋ। ਮੈਂ ਮੌਤ ਤੋਂ ਨਹੀਂ ਡਰਦੀ। ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਮੈਨੂੰ ਆਪਣੇ ਵੀਰਾਂ ਨਾਲ ਜਾਣ ਦੀ ਆਗਿਆ ਦਿੱਤੀ ਜਾਵੇ। ਜਥੇਦਾਰ ਉਸ ਦਾ ਦਿਲ ਤੋੜਨਾ ਨਹੀਂ ਸੀ ਚਾਹੁੰਦਾ ਅਤੇ ਉਸਦੇ ਆਪਾ ਵਾਰਾਂ ਦੇ ਭਾਵਾਂ ਨੂੰ ਦੇਖਦੇ ਹੋਏ ਮਜਬੂਰਨ ਬੀਬੀ ਬਲਬੀਰ ਕੌਰ ਜੀ ਨੂੰ ਜਥੇ ਨਾਲ ਜਾਣ ਦੀ ਸਹਿਮਤੀ ਦਿੱਤੀ ਗਈ। ਅਸੀਂ ਦੇਖ ਰਹੇ ਹਾਂ ਕਿ ਕਿੰਨੀ ਦਲੇਰੀ ਔਰ ਦ੍ਰਿੜਤਾ ਬੀਬੀ ਬਲਬੀਰ ਕੌਰ ਦੇ ਵਿੱਚ ਸੀ
ਕਿ 2 ਸਾਲ ਦਾ ਬੱਚਾ ਆਪਣੇ ਨਾਲ ਹੋਣ ਦੇ ਬਾਵਜੂਦ ਵੀ ਬੀਬੀ ਜੀ ਨੇ ਇਹ ਨਹੀਂ ਕਿਹਾ ਕਿ ਮੈਂ ਬੱਚੇ ਨੂੰ ਘਰ ਛੱਡ ਜਾਵਾਂ ਜਾਂ ਇਹ ਕਰਾਂ, ਮੈਂ ਨਾਲ ਕਿਉਂ ਲੈ ਕੇ ਆਈ ਹਾਂ। ਤਾਂ ਕਿ ਅੱਜ ਕੱਲ੍ਹ ਦੇ ਸਾਡੇ ਜਿਹੜੇ ਐਸੇ ਕਿਤੇ ਮੋਰਚਿਆਂ ਜਿਸਾ ਰਹਿਣਾ ਪਵੇ, ਤਾਂ ਅਜੋਕੇ ਸਮੇਂ ਅੰਦਰ ਇਹੋ ਜਿਹੇ ਸਵਾਲ ਸਾਡੇ ਮਨਾਂ ਵਿੱਚ ਜ਼ਰੂਰ ਆਉਂਦੇ ਹਨ। ਹਵਾ ਵਿੱਚ ਕੇਸਰੀ ਨਿਸ਼ਾਨ ਲਹਿਰਾਉਂਦੇ ਹੋਏ ਅਤੇ ਆਪਣੇ ਮਿਸ਼ਨ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਇਹ ਸੰਤ ਸਿਪਾਹੀ ਆਪਣੇ ਜਥੇਦਾਰ ਦੀ ਅਗਵਾਈ ਵਿੱਚ ਅੱਗੇ ਵਧਦੇ ਗਏ। ਉਹਨਾਂ ਦੇ ਚਮਕਦੇ ਚਿਹਰੇ ਸ਼ਾਂਤ ਸਨ। ਹਰ ਕੋਈ ਆਪਣਾ ਜੀਵਨ ਵਾਰਨ ਲਈ ਪੂਰੀ ਤਰ੍ਹਾਂ ਤਿਆਰ ਸੀ। ਰਸਤੇ ਵਿੱਚ ਹਰ ਧਰਮ ਦੇ ਲੋਕਾਂ ਨੇ ਉਹਨਾਂ ਨੂੰ ਜੀ ਆਇਆਂ ਕਿਹਾ ਤੇ ਦੁੱਧ ਮਠਿਆਈਆਂ ਆਦਿ ਨਾਲ ਉਹਨਾਂ ਦੀ ਸੇਵਾ ਕੀਤੀ। ਇਹਨਾਂ ਮਰਜੇਵੜਿਆਂ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਜਦੋਂ ਆਖਰੀ ਪੜਾਅ 20 ਫਰਵਰੀ ਨੂੰ ਰਿਆਸਤ ਫਰੀਦਕੋਟ ਤੇ ਪਿੰਡ ਬਰਗਾੜੀ ਵਿੱਚ ਸੀ, ਤਾਂ 21 ਤਰੀਕ ਸਵੇਰ ਦੇ ਦੀਵਾਨ ਮਗਰੋਂ ਜਥੇ ਨੇ ਜੈਤੋਵਾਲ ਕੂਚ ਕੀਤਾ। ਜੈਤੋ ਇੱਥੋਂ 9 ਕਿਲੋਮੀਟਰ ਦੂਰ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜਥੇ ਦੇ ਦੋਵੇਂ ਪਾਸੇ ਖੜੀਆਂ ਸਨ ਤੇ ਪਿੱਛੇ ਵੀ ਜਾ ਰਹੀਆਂ ਸਨ। ਜਥਾ 4-4 ਦੀਆਂ ਲਾਈਨਾਂ ਵਿੱਚ ਜਾ ਰਿਹਾ ਸੀ। ਜਥੇ ਦੇ ਨਾਲ ਚੱਲ ਰਹੀ ਬੀਬੀ ਬਲਬੀਰ ਕੌਰ 22 ਸਾਲਾਂ ਦੀ ਸੁਨੱਖੀ ਮੁਟਿਆਰ ਸੀ। ਉਸ ਦਾ ਦ੍ਰਿੜ ਇਰਾਦਾ ਤੇ ਨਿਸ਼ਕਾਮ ਸੇਵਾ ਤੇ ਭਾਵ ਉਸ ਦੇ ਚਿਹਰੇ ਤੋਂ ਪ੍ਰਗਟ ਹੋ ਰਹੇ ਸਨ। ਉਹ ਪਵਿੱਤਰਤਾ ਤੇ ਬਲਿਦਾਨ ਦੀ ਸਾਖਸ਼ਾਤ ਮੂਰਤ ਨਜ਼ਰ ਆ ਰਹੀ ਸੀ। ਜਥੇ ਦੇ ਮੈਂਬਰਾਂ ਲਈ ਉਸ ਦਾ 2 ਸਾਲਾ ਭੋਲਾ ਭਾਲਾ ਬੱਚਾ ਸਾਰਿਆਂ ਦੀ ਖਿੱਚ ਦਾ ਕੇਂਦਰ ਸੀ ਕਿ ਇਹ ਛੋਟਾ ਬੱਚਾ ਵੀ ਇਸ ਦੇ ਨਾਲ ਸ਼ਾਮਲ ਹੋ ਰਿਹਾ ਆਪਣੀ ਮਾਂ ਦੇ ਨਾਲ, ਔਰ ਮਾਂ ਜਿਹੜੀ ਹੈ ਉਹ ਵੀਰਾਂ ਦੇ ਨਾਲ ਸ਼ਾਮਲ ਹੋ ਰਹੀ ਹੈ। ਜਦ ਜਥਾ ਆਪਣੀ ਮੰਜ਼ਿਲ ਦੇ ਨੇੜੇ ਪੁੱਜਿਆ ਤਾਂ ਜਥੇਦਾਰ ਨੇ ਰੁਕ ਕੇ ਕਿਹਾ, ਬ੍ਰਿਟਿਸ਼ ਸਿਪਾਹੀ ਆਪਣੀਆਂ ਮਸ਼ੀਨ ਗਨਾਂ ਨਾਲ ਸਾਨੂੰ ਮਾਰਨ ਲਈ ਤਿਆਰ ਹਨ। ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਬਾਕੀ ਸਭ ਵਾਪਸ ਮੁੜ ਜਾਓ, ਕੇਵਲ ਉਹੀ ਅੱਗੇ ਚੱਲਣ ਜਿਨ੍ਹਾਂ ਨੂੰ ਅਕਾਲ ਤਖਤ ਵੱਲੋਂ ਪ੍ਰਵਾਨਗੀ ਮਿਲੀ ਹੋਈ ਹੈ। ਕੁਝ ਵਾਪਸ ਚਲੇ ਗਏ ਤੇ ਕਈਆਂ ਨੂੰ ਕੋਈ ਹੋਰ ਰਸਤਾ ਲੱਭ ਲਿਆ। ਉਹਨਾਂ ਨੇ ਧਾਰ ਲਈ ਕਿ ਜਦ ਗੋਲੀ ਚੱਲੇਗੀ ਤਾਂ ਉਹ ਵੀ ਸ਼ਹੀਦੀਆਂ ਪਾ ਲੈਣਗੇ। ਬੀਬੀ ਬਲਬੀਰ ਕੌਰ ਨੇ ਆਪਣੇ ਪੁੱਤਰ ਸਮੇਤ ਕੋਈ ਹੋਰ ਰਸਤਾ ਨਾ ਚੁਣਿਆ ਤੇ ਜਥੇ ਦੇ ਬਾਕੀ ਮੈਂਬਰਾਂ ਨਾਲ ਹੀ ਚੱਲਦੇ ਗਏ। ਜਦ ਜਥੇਦਾਰ ਨੂੰ ਪਤਾ ਲੱਗਾ ਕਿ ਬੀਬੀ ਵੀ ਜਥੇ ਦੇ ਨਾਲ ਚੱਲ ਰਹੀ ਹੈ, ਤਾਂ ਉਸ ਦੇ ਕੋਲ ਆਇਆ ਤੇ ਕਹਿਣ ਲੱਗਾ, ਭੈਣੋ ਤੇ ਭਰਾਓ, ਇਹ ਬੋਲ ਬੜੇ ਧਿਆਨ ਨਾਲ ਸੁਣਨਾ। ਭੈਣ ਜੀ, ਅੱਗੇ ਗੋਲੀ ਚੱਲਣ ਦਾ ਖਤਰਾ ਹੈ, ਤੁਸੀਂ ਅੱਗੇ ਨਾ ਜਾਓ। ਉਸਨੇ ਹੱਥ ਜੋੜ ਕੇ ਕਿਹਾ। ਬੀਬੀ ਜੀ ਨੇ, ਬਲਬੀਰ ਕੌਰ ਜੀ ਨੇ ਹੱਥ ਜੋੜ ਕੇ ਕਿਹਾ, ਵੀਰ ਜੀ ਮੈਨੂੰ ਨਾ ਰੋਕੋ, ਮੈਂ ਵੀ ਅੰਮ੍ਰਿਤਧਾਰੀ ਸਿੰਘਣੀ ਹਾਂ ਤੇ ਪੰਥ ਦੀ ਸੇਵਾ ਕਰਨ ਦਾ ਪ੍ਰਣ ਲੈ ਚੁੱਕੀ ਹਾਂ। ਜੇ ਮੈਂ ਵੀ ਆਪਣੇ 500 ਵੀਰਾਂ ਨਾਲ ਸ਼ਹੀਦ ਹੋ ਗਈ ਤਾਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਾਂਗੀ। ਸਾਡੇ ਗੁਰੂਆਂ ਨੇ ਇਸਤਰੀ ਨੂੰ ਬਰਾਬਰੀ ਦਿੱਤੀ ਹੈ। ਮੈਨੂੰ ਅੱਗੇ ਜਾਣ ਤੋਂ ਰੋਕਣਾ ਇੱਕ ਵਿਤਕਰਾ ਹੋਵੇਗਾ। ਜੇ ਤੁਸੀਂ ਮੇਰੇ ਬੱਚੇ ਪ੍ਰਤੀ ਚਿੰਤਤ ਹੋ ਤਾਂ ਫਿਰ ਉਸ ਨੂੰ ਵੀ ਪੰਥ ਦੀ ਸੇਵਾ ਕਰਨ ਦਿਓ। ਇਸ ਤੋਂ ਚੰਗਾ ਮੌਕਾ ਉਸ ਨੂੰ ਹੋਰ ਨਹੀਂ ਮਿਲ ਸਕਦਾ। ਸੰਗਤ ਜੀ, ਕਿੰਨੇ ਦ੍ਰਿੜਤਾ ਵਾਲੇ ਬੋਲ ਹਨ ਬੀਬੀ ਬਲਬੀਰ ਕੌਰ ਜੀ ਦੇ, ਤੇ ਸਾਨੂੰ ਅੱਜ ਇਹਨਾਂ ਬੋਲਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਔਰ ਮੈਨੂੰ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਕਿ ਜੇ ਐਸੇ ਦ੍ਰਿੜਤਾ ਵਾਲੇ ਜਿਹੜੇ ਸਾਡੇ ਪਰਿਵਾਰ ਦੀਆਂ ਭੈਣਾਂ, ਧੀਆਂ, ਬੱਚੀਆਂ ਤੇ ਮਾਵਾਂ ਹੋ ਜਾਣ ਤਾਂ ਫਿਰ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਹੀ ਜਾਏਗੀ ਔਰ ਕਦੇ ਵੀ ਢਹਿੰਦੀ ਕਲਾ ਵਿੱਚ ਨਹੀਂ ਜਾਏਗੀ। ਔਰ ਸਾਡੀ ਸਿੱਖ ਪਨੀਰੀ ਜਿਹੜੀ ਹੈ ਉਹ ਵੀ ਬਿਲਕੁਲ ਸਿੱਖ ਧਰਮ ਦੇ ਨਾਲ ਜੁੜੀ ਰਹੇਗੀ ਔਰ ਸਿੱਖ ਧਰਮ ਦੇ ਵਿੱਚ ਆਪਣਾ ਯੋਗਦਾਨ ਪਾਉਂਦੀ ਰਹੇਗੀ। ਇਹ ਕਹਿ ਕੇ ਬੀਬੀ ਬਲਬੀਰ ਕੌਰ ਜੀ ਨੇ ਬੱਚੇ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਭਾਵੁਕ ਹੋਣ ਕਰਕੇ ਹੋਰ ਨਾ ਬੋਲ ਸਕੀ। ਜਥੇਦਾਰ ਨੇ ਉਸ ਨੂੰ ਵਾਪਸ ਜਾਣ ਲਈ ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ ਤੇ ਜਥੇ ਦੇ ਹੋਰ ਮੈਂਬਰਾਂ ਨੇ ਵੀ ਬੜਾ ਸਮਝਾਇਆ, ਪਰ ਉਹ ਆਪਣੇ ਹੋਰ ਵੀਰਾਂ ਨਾਲ ਮੌਤ ਨੂੰ ਗਲੇ ਲਗਾਉਣ ਦੇ ਵਜਿਦ ਰਹੀ ਔਰ ਦ੍ਰਿੜ ਰਹੀ। ਉਸਦੇ ਆਪਾ ਵਾਰਨ ਦੇ ਦ੍ਰਿੜ ਇਰਾਦੇ ਕਰਕੇ ਸਾਰੇ ਉਸਦੀ ਗੱਲ ਨਾਲ ਸਹਿਮਤ ਹੋ ਗਏ। ਜਥੇਦਾਰ ਵੀ ਉਸਦੇ ਫੈਸਲੇ ਨੂੰ ਮੰਨਣ ਲਈ ਰਾਜੀ ਹੋ ਗਿਆ। ਜਦ ਗੁਰਦੁਆਰਾ ਟਿੱਬੀ ਸਾਹਿਬ ਤੋਂ 150 ਗਜ ਦੂਰ ਰਹਿ ਗਿਆ ਤਾਂ ਇੱਕ ਯੂਰੋਪੀਅਨ ਅਫਸਰ ਨੇ ਜਥੇ ਨੂੰ ਅੱਗੇ ਵਧਣ ਤੋਂ ਰੋਕਿਆ ਤੇ ਕਿਹਾ ਕਿ ਜੇ ਅੱਗੇ ਵਧੋਗੇ ਤਾਂ ਗੋਲੀ ਚੱਲੇਗੀ। ਇਹ ਹੁਕਮ ਸਭ ਨੇ ਸੁਣਿਆ, ਪਰ ਜਥਾ ਰੁਕਿਆ ਨਹੀਂ ਤੇ ਟਿੱਬੀ ਸਾਹਿਬ ਵੱਲ ਵੱਧਦਾ ਗਿਆ। ਐਡਮਿਨਿਸਟ੍ਰੇਟਰ ਵੱਲੋਂ ਇਸ਼ਾਰਾ ਕਰਨ ਤੇ
ਜਥੇ ਉੱਪਰ 3 ਪਾਸਿਆਂ ਤੋਂ ਗੋਲੀ ਚੱਲਣੀ ਸ਼ੁਰੂ ਹੋ ਗਈ। 5 ਮਿੰਟ ਗੋਲੀ ਚੱਲਦੀ ਰਹੀ, ਪਰ ਜਥਾ ਵੱਡੀ ਸ਼ਾਂਤੀ, ਹੌਸਲੇ ਤੇ ਠੰਡੇ ਦਿਲ ਦਿਮਾਗ ਨਾਲ ਅੱਗੇ ਵਧਦਾ ਗਿਆ। ਤਦ ਵੀ ਸਿੰਘ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ। ਕਿਸੇ ਨੇ ਵੀ ਪਿੱਠ ਨਾ ਵਿਖਾਈ ਔਰ ਅੱਗੇ ਵਧਦੇ ਗਏ। ਬੀਬੀ ਬਲਬੀਰ ਕੌਰ ਜੀ ਨੇ ਆਪਣੇ ਪੁੱਤਰ ਨੂੰ ਛਾਤੀ ਨਾਲ ਲਾਇਆ ਤੇ ਅੱਗੇ ਵਧਦੇ ਗਏ। ਆਪਣੇ ਚਿਹਰੇ ਤੇ ਮੁਸਕਰਾਹਟ ਲਈ ਉਹ ਹੌਲੀ ਹੌਲੀ ਉਸ ਗੋਲੀ ਦਾ ਇੰਤਜ਼ਾਰ ਕਰ ਰਹੀ ਸੀ ਜਿਸ ਦੀ ਉਸ ਨੂੰ ਕਦ ਤੋਂ ਚਾਹਨਾ ਸੀ। ਅਚਨਚੇਤ ਇੱਕ ਗੋਲੀ ਉਸ ਦੇ ਮੱਥੇ ਤੇ ਵੱਜੀ। ਉਸ ਦਾ ਚਿਹਰਾ ਖੂਨ ਨਾਲ ਰੰਗਿਆ ਗਿਆ। ਉਹ ਫਿਰ ਵੀ ਨਾ ਰੁਕੀ ਤੇ ਅੱਗੇ ਵਧਦੀ ਰਹੀ, ਜਦ ਕਿ ਉਸ ਦਾ ਬੱਚਾ ਉਸ ਦੇ ਚਿਹਰੇ ਤੇ ਡੁੱਲੇ ਖੂਨ ਤੇ ਹੱਥ ਫੇਰਦਾ ਰਿਹਾ। ਇੱਕ ਹੋਰ ਗੋਲੀ ਉਸ ਦੀਆਂ ਬਾਹਾਂ ਵਿੱਚ ਲਏ ਬੱਚੇ ਨੂੰ ਲੱਗੀ। ਗੋਲੀ ਨੇ ਕੰਨ ਦੇ ਰਸਤੇ ਬੱਚੇ ਨੂੰ ਚੀਰ ਦਿੱਤਾ। ਬੱਚਾ ਫੌਰਨ ਦਮ ਤੋੜ ਗਿਆ। ਉਸਨੇ ਬੱਚੇ ਦੇ ਮੱਥੇ ਨੂੰ ਚੁੰਮਿਆ ਅਤੇ ਉਸ ਦਾ ਮ੍ਰਿਤਕ ਸਰੀਰ ਬਾਕੀ ਜ਼ਖਮੀਆਂ ਦੇ ਮ੍ਰਿਤਕਾਂ ਨਾਲ ਰੱਖ ਦਿੱਤਾ। ਕਹਿਣ ਲੱਗੀ, ਹੈ ਅਕਾਲ ਪੁਰਖ, ਜੋ ਜ਼ਿੰਮੇਵਾਰੀ ਆਰਜੀ ਤੌਰ ਤੇ ਤੂੰ ਮੈਨੂੰ ਸੌਂਪੀ ਸੀ, ਉਹ ਹੁਣ ਵਾਪਸ ਲੈ ਲੈ। ਉਹ ਦੌੜ ਕੇ ਅੱਗੇ ਜਾਂਦੇ ਆਪਣੇ ਜਥੇ ਦੇ ਮੈਂਬਰਾਂ ਨਾਲ ਜਾ ਰਲੀ ਤੇ ਉਹਨਾਂ ਨੂੰ ਗੋਲੀਆਂ ਦਾ ਬਹਾਦਰੀ ਨਾਲ ਸਾਹਮਣਾ ਕਰਨ ਲਈ ਹਲਾਸ਼ੇਰੀ ਦਿੰਦੀ ਰਹੀ। ਬਹੁਤਾ ਖੂਨ ਵਗਣ ਕਰਕੇ ਬੀਬੀ ਬਲਬੀਰ ਕੌਰ ਜੀ ਦਾ ਚਿਹਰਾ ਪੀਲਾ ਪੈ ਗਿਆ ਸੀ ਤੇ ਉਸਦੇ ਕਦਮ ਡਗਮਗਾ ਰਹੇ ਸਨ, ਪਰ ਉਹ ਦੂਜਿਆਂ ਨਾਲ ਕਦਮ ਮਿਲਾ ਕੇ ਅੱਗੇ ਵਧਦੀ ਰਹੀ। ਗੁਰਦੁਆਰਾ ਟਿੱਬੀ ਸਾਹਿਬ ਦੇ ਨੇੜੇ ਪੁੱਜ ਕੇ ਉਸਨੇ ਪਰਮਾਤਮਾ ਅੱਗੇ ਸਿਰ ਝੁਕਾਇਆ ਤੇ ਉੱਥੇ ਪਹੁੰਚਣ ਦਾ ਮੌਕਾ ਦੇਣ ਲਈ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕੀਤਾ। ਗੋਲੀਆਂ ਦੀ ਬੁਛਾਰ ਨਾ ਰੁਕੀ। ਅਚਾਨਕ ਇੱਕ ਗੋਲੀ ਸਿੱਧੀ ਉਸਦੀ ਛਾਤੀ ਵਿੱਚ ਵੱਜੀ ਤੇ ਉਸਦੇ ਸਰੀਰ ਨੂੰ ਪਾਰ ਕਰ ਗਈ। ਇਹ ਗੋਲੀ ਉਹ ਸੁਨੇਹਾ ਸੀ ਜਿਸ ਦਾ ਕਿ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਉਹ ਧਰਤੀ ਤੇ ਡਿੱਗ ਪਈ ਤੇ ਉਸਦੀ ਆਤਮਾ ਆਪਣੇ ਬੱਚੇ ਨੂੰ ਮਿਲਣ ਚਲ ਗਈ। ਉਸਦੇ ਮਨ ਰਾਹੀਂ ਇੱਛਾ ਪੂਰੀ ਹੋਈ। ਉਸਦੀ ਮਨ ਚਾਹੀ ਇੱਛਾ ਪੂਰੀ ਹੋਈ। ਲਹੂ ਭਰੇ ਉਸਦੇ ਚਿਹਰੇ ਤੇ ਉਤਸ਼ਾਹ ਪ੍ਰਗਟ ਹੋ ਰਿਹਾ ਸੀ। ਜਥੇ ਦੇ ਗੁਰਦੁਆਰਾ ਸਾਹਿਬ ਪਹੁੰਚਣ ਤੱਕ ਗੋਲੀ ਚੱਲਣੀ ਬੰਦ ਹੋ ਗਈ। ਜਥੇ ਦੇ ਸਿੰਘਾਂ ਨੇ 200 ਗਜ ਦੂਰ ਗੁਰਦੁਆਰਾ ਗੰਗਸਰ ਤੱਕ ਪਹੁੰਚਣਾ ਸੀ। ਜਿਉਂ ਹੀ ਜਥੇ ਦੇ ਬਾਕੀ ਰਹਿੰਦੇ ਮੈਂਬਰ ਅੱਗੇ ਵਧੇ, ਇੱਕ ਘੋੜ ਸਵਾਰ ਦਸਤੇ ਨੇ ਲਾਠੀਆਂ ਮਾਰ ਕੇ ਉਹਨਾਂ ਨੂੰ ਖਿਡਾਉਣਾ ਸ਼ੁਰੂ ਕੀਤਾ। ਅਨੇਕਾਂ ਬੁੱਢੇ ਤੇ ਬੱਚੇ ਵੀ ਘੋੜਿਆਂ ਦੀਆਂ ਟਾਪਾਂ ਹੇਠ ਆ ਕੇ ਦਰੜੇ ਗਏ ਤੇ ਸ਼ਹੀਦੀਆਂ ਪਾ ਗਏ। ਮਾਰ ਕੁੱਟ ਨਾਲ ਬੇਹੋਸ਼ ਹੋਏ ਸਿੰਘਾਂ ਨੂੰ ਜੈਤੋ ਦੇ ਕਿਲੇ ਅੰਦਰ ਲਿਆਂਦਾ ਗਿਆ। ਇਹ ਮੋਰਚਾ 21 ਮਹੀਨੇ ਚੱਲਿਆ ਤੇ 15 ਹੋਰ 500 ਦੇ ਜਥੇ ਜੈਤੋ ਪੁੱਜੇ। ਆਖਰ ਬ੍ਰਿਟਿਸ਼ ਸਰਕਾਰ ਝੁਕ ਗਈ ਤੇ 17ਵੇਂ ਜਥੇ ਨੂੰ ਕੋਈ ਰੋਕ ਨਾ ਪਾਈ। ਸਿੱਖ ਇੱਕ ਨਹੀਂ ਬਲਕਿ 101 ਅਖੰਡ ਪਾਠ ਕਰਨ ਵਿੱਚ ਉਸ ਗੁਰਦੁਆਰੇ ਵਿੱਚ ਜਿਹੜੇ ਕਾਮਯਾਬ ਹੋ ਗਏ। ਬੀਬੀ ਬਲਬੀਰ ਕੌਰ ਅਮਰ ਹੋ ਗਈ। ਉਸ ਦਾ ਬਹਾਦਰੀ ਭਰਿਆ ਕਾਰਨਾਮਾ ਕਈ ਪੁਸਤਕਾਂ ਵਿੱਚ ਲਿਖਿਆ ਗਿਆ। ਅਸਲ ਵਿੱਚ ਇਹੋ ਜਿਹੀਆਂ ਸ਼ਹੀਦੀਆਂ ਸਿੱਖਾਂ ਵਿੱਚ ਨਵੀਂ ਰੂਹ ਭਰਦੀਆਂ ਹਨ। ਇਸ ਬਹਾਦਰੀ ਅਤੇ ਕੌਮ ਨੂੰ ਸਮਰਪਿਤ ਬੀਬੀ ਜੀ ਦੇ ਜੋ ਜੀਵਨ ਬਾਰੇ ਜਿਹੜਾ ਬਹੁਤੀ ਡਿਟੇਲ ਨਹੀਂ ਸੀ ਪਤਾ, ਲੇਕਿਨ ਜਿੰਨੀ ਵੀ ਪਤਾ ਲੱਗ ਸਕੀ ਹੈ ਉਹ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਤੋ ਅਸੀਂ ਅੱਜ ਇਹਨਾਂ ਵਿਚਾਰਾਂ ਰਾਹੀਂ ਜਿੱਥੇ ਮਾਤਾ ਕ੍ਰਿਸ਼ਨ ਕੌਰ ਜੀ ਕੌਂਕੇ ਜੀ ਨੂੰ ਪ੍ਰਣਾਮ ਕਰਦੇ ਹਾਂ, ਉੱਥੇ ਬੀਬੀ ਬਲਬੀਰ ਕੌਰ ਜੀ ਤੇ ਉਹਨਾਂ ਦੇ 2 ਸਾਲਾਂ ਦੇ ਬੱਚੇ ਨੂੰ ਵੀ ਅਸੀਂ ਪ੍ਰਣਾਮ ਕਰਦੇ ਹਾਂ ਕਿ ਕਿਵੇਂ ਮਾਤਾ ਨੇ ਦ੍ਰਿੜਤਾ ਵਿਖਾਈ ਤੇ ਸਿੱਖੀ ਸਿਦਕ ਵਿੱਚ ਰਹਿੰਦੇ ਹੋਏ ਆਪਣੇ ਬੱਚੇ ਨੂੰ ਵੀ ਨਾਲ ਲੈ ਕਰਕੇ ਮੋਰਚਿਆਂ ਦੇ ਅੰਦਰ ਜੋ ਹੈ ਸ਼ਹੀਦੀ ਪ੍ਰਾਪਤ ਕੀਤੀ। ਤੋ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਤੋ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਫੁੱਲਾਂ ਦੀ ਆਪ ਪਾਸੋਂ ਖਿਮਾ ਮੰਗਦਾ ਹੋਇਆ ਫਤਿਹ ਬੁਲਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।